Friends from class 6th. What happened? Oh, sorry. मैं भूल गया ਸੀਗਾ. Hello dear students from class 7th. Yes. ਤੁਹਾਡੇ 7th class ਵਿੱਚ ਆ ਗਏ ਹੈਗੀਆਂ. ਬੜੀ ਖੁਸ਼ੀ ਵਾਲੀ ਗੱਲ ਹੈ ਨਾ? Feeling good? मूड ਕਿਦਾਂ ਦਾ ਤੁਹਾਡਾ? ਪ੍ਰਸੰਨਤਾ ਹੋ ਰਹੀ ਹੈ ਨਾ? ਮਹਿਸੂਸ ਹੋ ਰਿਹਾ ਤੁਹਾਨੂੰ ਨਾ ਕਿ ਹਾਂ ਕੁਝ ਅਸੀਂ ਅਚੀਵ ਕੀਤਾ ਹੈ ਲਾਈਫ ਦੇ ਵਿੱਚ. That's good. ਔਰ ਇਹ ਜਿਹੜੀ ਫੀਲਿੰਗ ਹਮੇਸ਼ਾ ਰੱਖਣੀ ਹੈ ਆਪਣੇ ਅੰਦਰ. ਹਰ ਇੱਕ ਲੈਸਨ ਨੂੰ ਇਸ ਤਰੀਕੇ ਨਾਲ ਪੜ੍ਹਨਾ ਆ ਜਿਵੇਂ ਕਿ ਤੁਹਾਡਾ ਇਹ ਇੱਕ ਗੋਲ ਹੋਵੇ ਕਿ ਇਸ ਤੋਂ ਬੈਸਟ ਕੋਈ ਪੜ੍ਹ ਹੀ ਨਹੀਂ ਸਕਦਾ. ਜੋ ਮੈਂ ਲਰਨ ਕਰ ਰਿਹਾ ਨਾ ਉਹ ਬੈਸਟ ਆਫ ਦਾ ਬੈਸਟ ਆ. ਔਰ ਮੈਨੂੰ ਕੋਈ ਵੀ ਇਸ ਲੈਸਨ ਦੇ ਵਿੱਚੋਂ ਕੋਈ ਵੀ ਸਵਾਲ ਪੁੱਛ ਲਵੇ ਮੇਰੇ ਕੋਲ 100% ਜਵਾਬ ਹੋਏਗਾ. ਸੋ ਦਿਸ ਥਿੰਗ ਸ਼ੁੱਡ ਆਲਵੇਜ਼ ਬੀ ਇਨ ਯੋਰ ਮਾਈਂਡ. ਤੁਹਾਡੇ ਹਮੇਸ਼ਾ ਦਿਮਾਗ ਵਿੱਚ ਗੱਲ ਨਹੀਂ ਹੈਗੀ ਆ. ਤੇ 6th ਕਲਾਸ ਦੇ ਵਿੱਚ ਜਿਵੇਂ ਸਾਡੀ ਬੇਟੀਆ ਸ਼ਿਵਾਨੀ ਫਸਟ ਆਈ ਸੀ ਬਲਾਕ ਦੇ ਵਿੱਚ, ਇਸ ਸਾਲ ਵੀ ਅਸੀਂ ਗੋਲ ਆਪਣਾ ਲੈ ਕੇ ਚੱਲਣਾ ਆ. ਸਾਡਾ ਜਿਹੜਾ ਹੈਗਾ ਮੰਤਵ ਕੀ ਆ? ਮੰਤਵ ਇਹੀ ਹੈਗਾ ਆ ਕਿ ਲਾਸਟ ਈਅਰ ਅਸੀਂ 6th ਤੇ 8th ਦੇ ਵਿੱਚ ਪੋਜੀਸ਼ਨਸ ਲਈਆਂ ਸੀਗੀਆਂ, ਬਟ 7th ਵਿੱਚ ਸਾਡੀ ਪੋਜੀਸ਼ਨ ਰਹਿ ਗਈ ਸੀਗੀ. ਤਾਂ ਐਤਕੀ ਅਸੀਂ ਉਹ ਚਾਂਸ ਮਿਸ ਨਹੀਂ ਹੋਣਾ. ਅਸੀਂ ਬਲਾਕ ਦੇ ਵਿੱਚ ਫਸਟ ਤਾਂ ਆਵਾਂਗੇ ਹੀ. ਆਪਾਂ ਕੋਸ਼ਿਸ਼ ਕਰਨੀ ਹੈ ਕਿ ਜ਼ਿਲ੍ਹੇ ਵਿੱਚ ਵੀ ਅਸੀਂ ਪੋਜੀਸ਼ਨ ਲੈ ਕੇ ਆਈਏ. ਰਾਈਟ? ਤਾਂ ਸ਼ੈਲ ਵੀ ਸਟਾਰਟ ਕਰੀਏ ਅੱਜ ਦਾ ਲੈਸਨ. ਓਕੇ, ਬੜੇ ਪੂਰੀ ਆਪਣੇ ਐਨਰਜੀ ਨਾਲ ਪੜ੍ਹਨਾ ਸੀ. ਓਕੇ, तो साडा आज फर्स्ट लेसन है क्रॉप प्रोडक्शन एंड मैनेजमेंट. भोजन उत्पादन ਅਤੇ ਪ੍ਰਬੰਧਨ. बेटे पाठ शुरू करने तो पहला ਅਸੀਂ ਥੋੜੀ ਜਿਹੀ ਭੂਮਿਕਾ ਬਣ ਲੈਂਦੇ ਹਾਂ. ਭੂਮਿਕਾ ਦੇ ਵਿੱਚ ਕੀ ਹੈ ਕਿ ਭੋਜਨ ਕੀ ਹੈ, ਭੋਜਨ ਦੀ ਸਾਨੂੰ ਕਿਉਂ ਲੋੜ ਹੁੰਦੀ ਹੈ. ਇਸ 6th ਵਿੱਚ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਪੜ੍ਹ ਚੁੱਕੇ ਕਿ ਭੋਜਨ ਕਿਉਂ ਲੋੜ ਹੈ ਸਾਨੂੰ. ਠੀਕ ਹੈ ਨਾ? ਸਾਨੂੰ ਪਤਾ ਹੈ ਨਾ ਕਿ ਸਾਡੇ ਬੋਡੀ ਨੂੰ, ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੁੰਦੀ ਹੈ ਤਾਂ ਜੋ ਸਾਨੂੰ ਊਰਜਾ ਪ੍ਰਾਪਤ ਹੋ ਸਕੇ. ਠੀਕ ਹੈ? ਸਾਡਾ ਸਰੀਰ ਜਿਹੜਾ ਹੈਗਾ ਜੋ ਵੀ ਕਾਰਜ ਕਰਦਾ ਆ ਉਸ ਕਾਰਜ ਨੂੰ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈਗੀ ਆ. ਭਾਵੇਂ ਉਹ ਅੰਦਰੂਨੀ ਕੰਮ ਹੋਣ, ਭਾਵੇਂ ਉਹ ਬਾਹਰਲੇ ਕੰਮ ਹੋਣ. ਠੀਕ ਹੈ? ਮੈਂ ਬੋਲ ਰਿਹਾ ਨਾ, ਮੇਰੀ ਊਰਜਾ ਲੱਗ ਰਹੀ ਹੈਗੀ ਆ. ਠੀਕ ਹੈ? ਮੈਂ ਈਵਨ ਜੇ ਮੈਂ ਹੱਥ ਲਾ ਰਿਹਾ ਆ, ਮੈਂ ਚੱਲ ਫਿਰ ਰਿਹਾ ਆ, ਦੌੜ ਰਿਹਾ ਆ, ਉਨੀ ਮੇਰੀ ਊਰਜਾ ਦਾ ਲੱਗ ਰਹੀ ਆ. ਠੀਕ ਹੈ? ਕੋਈ ਵੀ ਕੰਮ ਅਸੀਂ ਕਰਦੇ ਹਾਂ, ਭਾਵੇਂ ਅਸੀਂ ਮਤਲਬ ਕਿ ਬਈ ਅਸੀਂ ਜਿੱਦਾਂ ਹੁਣ ਅਸੈਂਬਲੀ 'ਚ ਬੈਠ ਖੜੇ ਹੈਗੇ ਆ, ਉੱਥੇ ਕੋਈ ਪੀਟੀ ਕਰ ਰਹੇ ਹੈਗੇ ਆ. ਪੀਟੀ ਤੋਂ ਬਾਅਦ ਜਿਹੜੀ ਹੈਗੀ ਆ ਸਾਡੇ ਪ੍ਰੇਅਰ ਹੁੰਦੀ ਹੈਗੀ ਆ. ਪ੍ਰੇਅਰ ਤੋਂ ਬਾਅਦ ਸਾਡਾ ਫਿਰ ਜਿਹੜਾ ਹੈਗਾ ਆ ਹੋਰ ਜੋ ਪ੍ਰੋਗਰਾਮਸ ਹੁੰਦੇ ਹੈਗੇ, ਸਾਰਿਆਂ ਦੇ ਵਿੱਚ ਸਾਡੀ ਊਰਜਾ ਖਰਚ ਹੁੰਦੀ ਹੈ. ਠੀਕ ਹੈ? ਇਹ ਤਾਂ ਬੇਟੇ ਉਹ ਚੀਜ਼ਾਂ ਹੈ. ਦੇਖੋ ਤੁਸੀਂ ਆਮ ਵੀ ਮਹਿਸੂਸ ਕੀਤਾ ਸਾਨੂੰ ਜਿਹੜੀ ਆ ਲੰਚ ਟਾਈਮ ਜੋ ਰਿਸੈਸ ਹੈਗੀ ਆ ਕਿਉਂ ਹੁੰਦੀ ਹੈਗੀ ਆ? ਕਿਉਂਕਿ ਜਦੋਂ ਆਪਾਂ 4 ਪੀਰੀਅਡ ਜਾਂ 5 ਪੀਰੀਅਡ ਲਗਾਤਾਰ ਪੜ੍ਹਦੇ ਜਾਂਦੇ ਹਾਂ, ਸਾਨੂੰ ਜਿਹੜੀ ਆ ਊਰਜਾ ਦੀ ਘਾਟ ਮਹਿਸੂਸ ਹੁੰਦੀ ਹੈ. ਤਾਂ ਉਸ ਊਰਜਾ ਨੂੰ ਪੂਰਾ ਕਰਨ ਦੇ ਲਈ ਕੀ ਮਿਲਦਾ ਆਪਾਂ ਨੂੰ? ਮਿਡ ਡੇ ਮੀਲ ਖਾਣਾ ਮਿਲਦਾ ਨਾ. ਤੇ ਉਸ ਮਿਡ ਡੇ ਮੀਲ ਦੇ ਨਾਲ ਜਿਹੜਾ ਆਪਾਂ ਜਦੋਂ ਭੋਜਨ ਛਕ ਲੈਂਦੇ ਹਾਂ, ਸਾਡੇ ਦੁਆਰਾ ਊਰਜਾ ਪੈਦਾ ਹੋ ਜਾਂਦੀ ਹੈ. ਅਸੀਂ ਫਿਰ ਆਪਣੇ ਆਪ ਨੂੰ ਰੀ ਐਨਰਜਾਈਜ਼ ਕਰ ਲੈਂਦੇ ਹੈਗੇ ਆ ਅਗਲੇ 4 ਪੀਰੀਅਡ ਪੜ੍ਹਨ ਵਾਸਤੇ. ਠੀਕ ਹੈ? ਔਰ ਬੜਾ ਇੱਕ ਗੱਲ ਹੋਰ ਹੈਗੀ ਹੈ, ਇੱਦਾਂ ਹੀ ਨਹੀਂ ਹੈ ਕਿ ਜਦੋਂ ਆਪਾਂ ਕੰਮ ਕਰ ਰਹੇ ਤਾਂ ਹੀ ਊਰਜਾ ਲੱਗ ਰਹੀ ਹੈਗੀ ਹੈ. ਸਾਡੇ ਸਰੀਰ ਦੇ ਅੰਦਰ ਜੋ ਵੀ ਗਤੀਵਿਧੀ ਹੋ ਰਹੀ ਹੈ, ਭਾਵੇਂ ਉਹ ਐਕਸਕ੍ਰੀਟਰੀ ਸਿਸਟਮ ਆ, ਭਾਵੇਂ ਉਹ ਰੈਸਪੀਰੇਟਰੀ ਸਿਸਟਮ ਆ. ਠੀਕ ਹੈ ਜੀ? ਠੀਕ ਹੈ? ਐਕਸਕ੍ਰੀਟਰੀ ਤੋਂ ਮਲ ਨਿਕਾਸ ਕਿਰਿਆ. ਠੀਕ ਹੈ? ਉਸ ਤੋਂ ਬਾਅਦ ਸਰਕੂਲੇਟਰੀ ਸਿਸਟਮ, ਲਹੂ ਗੇਟ ਪ੍ਰਣਾਲੀ. ਠੀਕ ਹੈ? ਤਾਂ ਇਸ ਤਰੀਕੇ ਦੇ ਨਾਲ ਜੋ ਵੀ ਅਸੀਂ ਈਵਨ ਰੈਸਪੀਰੇਟ ਵੀ ਕਰ ਰਹੇ ਹਾਂ, ਸਾਹ ਲੈਂਦੇ ਨਾ ਅੰਦਰ, ਤਾਂ ਵੀ ਊਰਜਾ ਲੱਗਦੀ ਹੈਗੀ ਹੈ. ਈਵਨ ਸੈਲਸ ਦੀ ਟੁੱਟ-ਫਟ ਹੁੰਦੀ ਹੈਗੀ ਹੈ. ਉਸ ਤੋਂ ਬਾਅਦ ਫਿਰ ਨਵੀਂ ਊਰਜਾ ਦੀ ਲੋੜ ਪੈਂਦੀ ਹੈਗੀ ਹੈ ਸੈਲਸ ਨੂੰ ਬਣਾਉਣ ਵਾਸਤੇ. ਟੁੱਟ-ਭੱਜ ਵਾਸਤੇ ਵੀ ਊਰਜਾ ਦੀ ਲੋੜ ਹੁੰਦੀ ਹੈਗੀ ਆ. ਤਾਂ ਆਪਾਂ ਦੇਖ ਰਹੇ ਹਾਂ ਕਿ ਇਸ ਊਰਜਾ ਜਿਹੜੀ ਹੈਗੀ ਆ, ਇਸ ਦਾ ਸਰੋਤ ਮੁੱਖ ਤੌਰ ਤੇ ਫੂਡ ਹੈ, ਖਾਣਾ ਹੈ. ਇਹ ਖਾਣਾ ਜਿਹੜਾ ਹੈਗਾ ਆ ਸਾਨੂੰ ਊਰਜਾ ਪ੍ਰਦਾਨ ਕਰਦਾ ਆ. ਤੇ ਉਸ ਦੇ ਨਾਲ ਹੀ ਸੰਬੰਧਿਤ ਇਹ ਲੈਸਨ ਹੈ. ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਇਹ ਭੋਜਨ ਸਾਨੂੰ ਮਿਲਦਾ ਕਿੱਥੋਂ ਆ? ਅਸੀਂ ਇਹ ਵੀ 6ਵੀਂ ਜਮਾਤ ਪੜ੍ਹ ਚੁੱਕੇ ਹਾਂ ਕਿ ਭੋਜਨ ਸਾਨੂੰ ਜਿਹੜਾ ਆ ਉਹ ਪੌਦਿਆਂ ਤੋਂ ਮਿਲਦਾ ਹੈਗਾ ਆ. ਠੀਕ ਹੈ ਨਾ? ਜੋ ਪ੍ਰਾਇਮਰੀ ਸੋਰਸ ਜਿਹੜਾ ਹੈਗਾ ਆ ਫੂਡ ਇਜ਼ ਪਲਾਂਟਸ. ਠੀਕ ਹੈ ਨਾ? ਉਸ ਤੋਂ ਬਾਅਦ ਜਿਹੜਾ ਹੈਗਾ ਆ ਅਸੀਂ ਦਾ ਮਨੁੱਖ ਹੈਗਾ ਆ, ਉਹ ਪੌਦੇ ਵੀ ਖਾਂਦਾ ਆ ਤੇ ਜਾਨਵਰਾਂ ਦਾ ਮੀਟ ਵਗੈਰਾ ਵੀ, ਅੰਡੇ ਵੀ ਅਸੀਂ ਖਾ ਲੈਂਦੇ ਨਾ. ਤਾਂ ਇਸ ਪ੍ਰਕਾਰ ਜਿਹੜਾ ਹੈਗਾ ਆ ਸਾਨੂੰ 2 ਸਰੋਤਾਂ ਤੋਂ ਭੋਜਨ ਮਿਲਦਾ ਪਿਆ ਇਸ ਵੇਲੇ. ਕਿਸ ਤੋਂ? ਜਾਨਵਰਾਂ ਤੋਂ ਤੇ ਪੌਦਿਆਂ ਤੋਂ. ਤਾਂ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਕਿ ਸਭ ਤੋਂ ਪਹਿਲਾਂ ਜਿਹੜਾ ਸਰੋਤ, ਜਿਹੜਾ ਮੁੱਖ ਸਰੋਤ ਹੈਗਾ ਉਹ ਪੌਦੇ ਹੀ ਆ. ਕਿਉਂਕਿ ਪੌਦੇ ਜਿਹੜੇ ਹੈਗੇ ਆ ਉਹ ਆਪਣਾ ਭੋਜਨ ਆਪ ਬਣਾਉਂਦੇ ਆ. ਔਰ ਉਸ ਪੌਦਿਆਂ ਨੂੰ ਜਿਹੜੇ ਆਪਾਂ ਹਰਬੀਵੋਰਸ ਕਹਿੰਦੇ ਹੈਗੇ ਆ, ਠੀਕ ਹੈ ਨਾ,
ਉਹ ਜਾਨਵਰ ਜਿਹੜੇ ਘਾਹ ਦੇ ਉੱਪਰ ਨਿਰਭਰ ਕਰਦੇ ਹੈਗੇ ਆ, ਜਿਹੜੇ ਪੌਦਿਆਂ ਨਿਰਭਰ ਕਰਦੇ ਆ, ਉਹ ਜਾਨਵਰ ਇਹਨਾਂ ਪੌਦਿਆਂ ਨੂੰ ਖਾਂਦੇ ਹੈਗੇ ਆ। ਫਿਰ ਇਹਨਾਂ ਪੌਦਿਆਂ ਨੂੰ ਜਿਹੜੇ ਇਹਨਾਂ ਛੋਟੇ ਜਾਨਵਰਾਂ ਨੂੰ ਉਹਨਾਂ ਤੋਂ ਬੜੇ ਜਾਨਵਰ ਖਾ ਲੈਂਦੇ ਹੈਗੇ ਆ। ਤੇ ਇਸ ਪ੍ਰਕਾਰ ਇੱਕ ਜਿਹੜੀ ਹੈਗੀ ਹੈ ਫੂਡ ਚੇਨ ਚਲਦੀ ਰਹਿੰਦੀ ਹੈ ਲੜੀ। ਔਰ ਜਿਹੜਾ ਮਨੁੱਖ ਹੈਗਾ ਆ ਉਹਨੂੰ ਕੀ ਹੈ ਕਿ ਆਪਣਾ ਪੌਦੇ ਵੀ ਉਹਨੇ ਪੌਦਿਆਂ ਦਾ ਵੀ ਭੋਜਨ ਲੈਣਾ ਉਸਨੇ ਤੇ ਜਾਨਵਰਾਂ ਦਾ ਵੀ ਭੋਜਨ ਲੈਣਾ ਆ। ਤੁਹਾਡੀ ਕਲਾਸ ਦੇ ਵਿੱਚੋਂ ਕਿੰਨੇ ਕੁ ਜਣੇ ਹੈਗੇ ਆ ਜਿਹੜੇ ਇਹ ਦੋਨੋਂ ਚੀਜ਼ਾਂ ਖਾਂਦੇ ਆ? ਬਹੁਤ ਘੱਟ ਹੈ ਨਾ। ਬਹੁਤ ਵਧੀਆ ਗੱਲ ਆ, ਸਾਨੂੰ ਜਾਨਵਰ ਖਾਣਾ ਵੀ ਨਹੀਂ ਚਾਹੀਦੇ ਹੈਗੇ ਆ, ਹੈ ਨਾ। ਬੈਟਰ ਹੈ ਕਿ ਅਸੀਂ ਪਲਾਂਟਸ ਦੇ ਉੱਪਰ ਹੀ ਨਿਰਭਰ ਰੱਖੀਏ, ਠੀਕ ਹੈ। ਤਾਂ ਬੇਟਾ ਹੁਣ ਦੇਖੋ ਸਾਡੀ ਜਨਸੰਖਿਆ ਜਿਹੜੀ ਹੈਗੀ ਆ ਭਾਰਤ ਦੀ ਉਹ ਤਕਰੀਬਨ 130 ਕਰੋੜ ਆ, ਠੀਕ ਹੈ। ਮੈਂ ਕਦੇ ਭਾਰਤ ਦੀ ਗੱਲ ਕਰਦਾ ਪਿਆ ਤਾਂ ਜੇ ਆਪਾਂ ਵਿਸ਼ਵ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਹਰੇਕ ਨੂੰ ਭੋਜਨ ਦੀ ਲੋੜ ਆ। ਤੁਹਾਨੂੰ ਇੰਨਾ ਸਾਰਾ ਭੋਜਨ ਆਏਗਾ ਕਿੱਥੋਂ ਆਏਗਾ ਭੋਜਨ ਇੰਨਾ ਸਾਰਾ? ਇੱਕ ਸਵਾਲ ਸਾਡੇ ਦਿਮਾਗ ਦੇ ਵਿੱਚ, ਕਿਉਂਕਿ ਤੁਸੀਂ ਛੋਟੇ ਬੱਚੇ ਹੈਗੇ ਆ, ਦਿਮਾਗ ਦੇ ਵਿੱਚ ਸਾਡੇ ਆਉਂਦਾ ਤਾਂ ਹੋਣਾ ਸਵਾਲ ਇਹ ਕਿ ਇਹ ਭੋਜਨ ਸਾਡੇ ਕੋਲ ਕਿੱਥੋਂ ਆਉਣਾ ਹੈ? ਇੰਨਾ ਭੋਜਨ ਦਾ ਬੰਦੋਬਸਤ ਕਿੱਦਾਂ ਹੋਏਗਾ? ਜੇ ਆਪਾਂ ਨੇ ਇਸਨੇ ਲਾਰਜ ਸਕੇਲ ਤੇ ਭੋਜਨ ਲੈਣਾ ਹੈ ਤਾਂ ਸਾਨੂੰ ਇੱਕ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਅਪਣਾਉਣੀ ਪੈਂਦੀ ਹੈਗੀ ਆ, ਠੀਕ। ਸੋ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਭੋਜਨ ਦਾ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ ਅਤੇ ਸਹੀ ਵੰਡ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਜਾਣਨਾ ਚਾਹੋਗੇ ਕਿ ਬਈ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ ਅਤੇ ਸਹੀ ਵੰਡ ਪ੍ਰਣਾਲੀ ਦਾ ਮਤਲਬ ਕੀ ਹੈਗਾ ਆ, ਠੀਕ ਹੈ। ਤੇ ਬੇਟੇ ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੌਦਿਆਂ ਨੂੰ ਇੱਕ ਵੱਡੀ ਥਾਂ ਦੇ ਉੱਪਰ ਉਗਾਇਆ ਜਾਂਦਾ ਆ। ਕੁਝ ਪ੍ਰਜਾਤੀਆਂ ਪੌਦਿਆਂ ਦੀਆਂ ਹੁੰਦੀਆਂ ਜੋ ਇੱਕੋ ਥਾਂ ਤੇ ਉਗਾਈ ਜਾਂਦੀਆਂ ਆ ਤੇ ਉਸ ਨੂੰ ਖੇਤੀਬਾੜੀ ਆਪਾਂ ਕਹਿੰਦੇ ਹੈਗੇ ਆ। ਸੋ ਪੌਦਿਆਂ ਦੀ ਇੱਕੋ ਜਾਤੀ ਨੂੰ ਇੱਕੋ ਥਾਂ ਤੇ ਵੱਡੇ ਪੱਧਰ ਤੇ ਉਗਾਉਣ ਨੂੰ ਅਸੀਂ ਫਸਲ ਵੀ ਕਹਿੰਦੇ ਹਾਂ, ਉਹਨੂੰ ਫਸਲ ਕਹਿੰਦੇ ਹਾਂ। ਤੇ ਉਦਾਹਰਨ ਤੌਰ ਤੇ ਅਸੀਂ ਦੇਖਿਆ ਵੀ ਕਣਕ ਦੀ ਫਸਲ ਤੋਂ ਭਾਵ ਹੈ ਕਿ ਖੇਤ ਵਿੱਚ ਉਗਾਏ ਗਏ ਸਾਰੇ ਪੌਦੇ ਕਣਕ ਪ੍ਰਜਾਤੀ ਦੇ ਹੀ ਹਨ, ਹੈ ਨਾ। ਕਣਕ ਜਾਣਦੇ ਹੋ ਤੁਸੀਂ? ਕਣਕ ਜਿਹਦੇ ਆਟੇ ਤੋਂ ਬਾਅਦ ਫਿਰ ਫੁਲਕੇ ਬਣਦੇ ਆ, ਪਰੌਂਠੀਆਂ ਬਣਦੀਆਂ, ਪਰੌਂਠੀਆਂ ਵੀ ਡਿਫਰੈਂਟ ਟਾਈਪਸ ਦੀਆਂ, ਹੈ ਨਾ, ਬੜੇ ਟੇਸਟੀ ਆ, ਕਈ ਆਲੂ ਦੀਆਂ, ਮੂਲੀ ਦੀਆਂ, ਹੈ ਨਾ, ਕਈ ਤਰ੍ਹਾਂ ਦੀ ਪਰੌਂਠੀਆਂ ਬਣਦੀਆਂ ਨਾ। ਕਿਸ ਤੋਂ ਬਣਦੀਆਂ? ਕਣਕ ਤੋਂ। ਕਣਕ ਕਿੱਥੋਂ ਆਉਂਦੀ ਹੈਗੀ ਆ? ਉਹ ਸਾਨੂੰ ਮਿਲਦੀ ਹੈ ਖੇਤਾਂ ਤੋਂ, ਵੱਡੇ ਉਤਪਾਦਨ ਹੁੰਦਾ ਉਹਦਾ। ਸੋ ਫਸਲਾਂ ਜਿਹੜੀਆਂ ਨਾ ਇਹ ਅਲੱਗ-ਅਲੱਗ ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਅਨਾਜ, ਦਾਲਾਂ, ਸਬਜ਼ੀਆਂ, ਫਲ ਆਦਿ। ਤਾਂ ਜਿਸ ਮੌਸਮ ਵਿੱਚ ਇਹ ਉਗਾਏ ਜਾਂਦੇ ਹਨ ਉਸ ਦੇ ਆਧਾਰ ਤੇ ਅਸੀਂ ਫਸਲਾਂ ਦਾ ਵਰਗੀਕਰਨ ਕਰਦੇ ਹਾਂ। ਹੁਣ ਵਰਗੀਕਰਨ ਕੀ ਹੁੰਦਾ ਆ? ਵਰਗੀਕਰਨ ਹੁੰਦਾ ਬੇਟਾ ਕਿ ਵੀ ਜਿਵੇਂ ਆਪਾਂ ਅਲੱਗ-ਅਲੱਗ ਵਰਗ ਬਣਾ ਲੈਣੇ, ਉਹਨਾਂ ਦੇ ਸੁਭਾਅ ਦੇ ਅਨੁਸਾਰ, ਉਹਨਾਂ ਦੇ ਗੁਣਾਂ ਦੇ ਅਨੁਸਾਰ, ਉਹਨਾਂ ਦੀ ਲੋੜਾਂ ਅਨੁਸਾਰ, ਠੀਕ ਹੈ ਨਾ। ਵਰਗੀਕਰਨ ਦਾ ਵੀ ਅਸੀਂ ਪਾਠ ਕੀਤਾ ਸੀਗਾ 6ਵੀਂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ। ਤਾਂ ਇਸੇ ਪ੍ਰਕਾਰ ਜਿਸ ਮੌਸਮ ਦੇ ਵਿੱਚ ਜੋ ਫਸਲ ਪੈਦਾ ਹੁੰਦੀ ਹੈਗੀ ਨਾ, ਉਹਨਾਂ ਦੇ ਵਰਗ ਬਣਾ ਦਿੱਤੇ ਗਏ ਹੈਗੇ ਆ, ਉਹਨਾਂ ਦੀ ਕਿਸਮਾਂ ਬਣਾ ਦਿੱਤੀਆਂ ਗਈਆਂ ਹੈਗੀਆਂ। ਜਿਵੇਂ ਹੁਣ ਮੌਸਮੀ ਹਾਲਾਤਾਂ ਦੇ ਅਨੁਸਾਰ ਆਪਾਂ ਗੱਲ ਕਰੀਏ, ਤਾਪਮਾਨ ਵਿੱਚ ਜਾਂ ਨਮੀ ਹੋਵੇ ਅਤੇ ਵਰਖਾ ਆਦਿ ਜਿਹੜੇ ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਹਨ, ਠੀਕ ਹੈ। ਕਈ ਖੇਤਰ ਇੱਥੇ ਇੱਦਾਂ ਦੇ ਹੈਗੇ ਆ ਜਿੱਥੇ ਕਿ ਬਹੁਤ ਜ਼ਿਆਦਾ ਵਰਖਾ ਹੁੰਦੀ ਹੈਗੀ ਆ, ਤੇ ਕਈ ਖੇਤਰ ਇੱਦਾਂ ਦੇ ਜਿੱਥੇ ਨਮੀ ਹੁੰਦੀ ਹੈਗੀ ਆ, ਠੀਕ ਹੈ। ਤਾਂ ਉਸ ਆਧਾਰ ਤੇ ਉੱਥੇ ਦੀ ਫਸਲ ਜਿਹੜੀ ਹੈਗੀ ਆ ਉਹ ਰੱਖੀ ਜਾਂਦੀ ਹੈ ਕਿ ਵੀ ਹਾਂ ਇਸ ਮੌਸਮ ਦੇ ਵਿੱਚ ਇੱਥੇ ਆਹ ਫਸਲ ਹੋ ਸਕਦੀ ਹੈ, ਠੀਕ ਹੈ। ਤਾਂ ਇੰਨੀ ਜ਼ਿਆਦਾ ਭਿੰਨਤਾ ਦੇ ਬਾਵਜੂਦ ਜਿਹੜੇ ਮੋਟੇ ਤੌਰ ਤੇ ਫਸਲਾਂ ਨੂੰ ਅਸੀਂ ਦੋ ਮੁੱਖ ਵਰਗਾਂ ਦੇ ਵਿੱਚ ਵੰਡਦੇ ਹਾਂ। ਕਿੰਨੇ ਆਪਾਂ ਵਰਗ ਰੱਖੇ? ਉਹਨਾਂ ਦੇ ਦੋ ਮੁੱਖ ਵਰਗ ਰੱਖੇ ਹੈਗੇ ਆ। ਇੱਕ ਹੈਗੀਆਂ ਖਰੀਫ ਦੀਆਂ ਫਸਲਾਂ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਖਰੀਫ ਕ੍ਰੌਪਸ ਕਹਿੰਦੇ ਇੰਗਲਿਸ਼ ਦੇ ਵਿੱਚ। ਸੋ ਜੋ ਫਸਲਾਂ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਵਰਖਾ ਰੁੱਤ ਕਦੋਂ ਸ਼ੁਰੂ ਹੁੰਦੀ ਹੈਗੀ ਆ? ਕਦੋਂ ਸ਼ੁਰੂ ਹੁੰਦੀ ਹੈ ਬੇਟਾ? ਜਦੋਂ ਛੁੱਟੀਆਂ ਤੋਂ ਬਾਅਦ ਅਸੀਂ ਆਉਂਦੇ ਹਾਂ, ਹੈ ਨਾ। ਆਪਣੇ ਛੁੱਟੀਆਂ ਜੂਨ ਦੀ ਹੁੰਦੀ, ਜੁਲਾਈ 'ਚ ਆਉਂਦੇ ਤਾਂ ਜੁਲਾਈ 'ਚ ਵਰਖਾ ਸ਼ੁਰੂ ਹੋ ਜਾਂਦੀ ਕਿ ਨਹੀਂ। ਫਿਰ ਜੋ ਫਸਲਾਂ ਵਰਖਾ ਦੇ ਰੁੱਤ ਵਿੱਚ ਜਿਹੜੀਆਂ ਉਗਾਈਆਂ ਜਾਂਦੀਆਂ ਹਨ ਉਹਨਾਂ ਨੂੰ ਅਸੀਂ ਖਰੀਫ ਦੀਆਂ ਫਸਲਾਂ ਕਹਿੰਦੇ ਹਾਂ। ਮਤਲਬ ਜੁਲਾਈ ਮਹੀਨੇ ਤੋਂ ਆਪਾਂ ਮੰਨ ਲਈਏ ਕਿ ਸਟਾਰਟ ਹੋ ਗਈਆਂ, ਠੀਕ ਹੈ ਜੀ। ਭਾਰਤ ਵਿੱਚ ਵਰਖਾ ਦੀ ਰੁੱਤ ਜੂਨ ਤੋਂ ਸਤੰਬਰ ਮਹੀਨੇ ਤੱਕ ਹੋ ਜਾਂਦੀ ਹੈ, ਠੀਕ ਹੈ। ਆਪਾਂ ਜੁਲਾਈ ਜਾਂਦੇ, ਜੁਲਾਈ 'ਚ ਆਪਾਂ ਨੂੰ ਵਰਖਾ ਦਿਸਦੀ ਹੈ, ਇਸ ਲਈ ਤਾਂ ਆਪਾਂ ਧਿਆਨ ਮੋਟਾ ਯਾਦ ਰੱਖੀਏ ਕਿ ਜੂਨ ਜੁਲਾਈ ਦੇ ਮਹੀਨੇ ਜਿਹੜੀ ਹੈਗੀ ਆ ਇਹ ਜਿਹੜੀ ਖਰੀਫ ਦੀਆਂ ਫਸਲਾਂ ਹੈਗੀਆਂ ਉਹ ਉਗਾਈਆਂ ਜਾਂਦੀਆਂ ਹਨ। ਹੁਣ ਉਦਾਹਰਨ ਲੈ ਲੈਂਦੇ ਆਪਾਂ, ਜਿੱਦਾਂ ਚਾਵਲ ਹੋ ਗਿਆ, ਮੱਕੀ ਹੋ ਗਈ, ਸੋਇਆਬੀਨ ਹੋ ਗਈ, ਮੂੰਗਫਲੀ ਹੋ ਗਈ, ਕਪਾਹ ਆਦਿ, ਇੱਕ ਸਭ ਖਰੀਫ ਦੀਆਂ ਫਸਲਾਂ ਹਨ, ਠੀਕ ਹੈ। ਤਾਂ ਇਹ ਫਸਲਾਂ ਮੌਨਸੂਨ ਉੱਪਰ ਨਿਰਭਰ ਕਰਦੀਆਂ ਹਨ। ਮੌਨਸੂਨ ਕੀ ਹੁੰਦਾ ਆ? ਜਦੋਂ ਮੀਂਹ ਵਾਲਾ ਮੌਸਮ ਹੁੰਦਾ ਨਾ, ਵਰਖਾ, ਠੀਕ ਹੈ, ਜਦੋਂ ਜਿਮ ਬਾਰਿਸ਼ ਹੁੰਦੀ ਹੈਗੀ, ਰਿਮ ਜਿਮ ਵਰਖਾ ਵਰਦੀ ਹੈ ਨਾ, ਤਾਂ ਉਸ ਨੂੰ ਅਸੀਂ ਕਹਿੰਦੇ ਹੈਗੇ ਆ ਮੌਨਸੂਨ। ਸੋ ਮੌਨਸੂਨ ਦੀ ਫਸਲ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਹੈ ਖਰੀਫ ਦੀ ਫਸਲ। ਉਸ ਦੀ ਉਦਾਹਰਨ ਜਿਹੜੀ ਹੈਗੀ ਆ ਉਹਦੇ 'ਚ ਦੇਖੋ ਵੱਧ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਚਾਵਲਾਂ ਨੂੰ,
ਚਾਵਲ ਇਸ ਕਰਕੇ ਜਦੋਂ ਵਰਖਾ ਹੋਊਗੀ ਤਾਂ ਹੀ ਚਾਵਲ ਨੂੰ ਪਾਣੀ ਮਿਲੂਗਾ ਨਾ। ਤਾਂ ਚਾਵਲ ਹੋ ਗਏ, ਮੱਕੀ ਹੋ ਗਈ, ਸੋਇਆਬੀਨ ਆ, ਮੂੰਗਫਲੀ ਆ, ਕਪਾਹ ਆ, ਇਹ ਸਾਰੀਆਂ ਖਰੀਫ ਦੀਆਂ ਫਸਲਾਂ ਹਨ। ਠੀਕ ਹੈ, ਕਿਉਂਕਿ ਇਹ ਫਸਲਾਂ ਮੌਨਸੂਨ ਦੇ ਉੱਪਰ ਨਿਰਭਰ ਕਰਦੀਆਂ ਹਨ। ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੋ ਦੂਸਰਾ ਵਰਗ ਹੈਗਾ ਆ, ਉਹ ਹੈਗਾ ਰੱਬੀ ਦੀਆਂ ਫਸਲਾਂ। ਰੱਬੀ ਦੀਆਂ ਫਸਲਾਂ, ਰੱਬੀ ਦੇਖੋ ਇੱਕ ਨਾ ਥੋੜ੍ਹਾ ਜਿਹਾ ਡਿਫੀਕਲਟ ਜਿਹਾ ਹੋ ਜਾਂਦਾ ਨਾ ਕਿ ਵੀ ਫਸਲਾਂ ਯਾਦ ਰੱਖਣੀਆਂ। ਮੈਂ ਇੱਕ ਦੱਸਾਂ ਈਜ਼ੀ ਵੇ, ਉਲਟ ਕਰ ਲੈਣਾ। ਦੇਖੋ ਰਾਈਸ ਤੋਂ ਕੀ ਇਹ ਚਾਵਲ ਹੁੰਦੇ ਨਾ, ਰਾਈਸ ਤੋਂ ਰੱਬੀ, ਰਾਈਸ ਤੋਂ ਚਾਵਲ, ਲੇਕਿਨ ਉਲਟ ਹੋਏਗਾ। ਠੀਕ ਹੈ, ਰਾਈਸ ਜਿਹੜੇ ਹੈਗੇ ਆ ਤੁਸੀਂ ਖਰੀਫ ਦੇ ਵਿੱਚ ਰੱਖਣੇ ਆ, ਔਰ ਵੀਟ ਜਿਹੜੀ ਹੈਗੀ ਉਹ ਰੱਬੀ ਵਿੱਚ ਰੱਖਣੀ ਹੈ। ਪਹਿਲੀ ਗੱਲ ਤਾਂ ਇਹ ਮੋਟਾ ਤੁਸੀਂ ਯਾਦ ਰੱਖ ਲੈਣਾ ਆ। ਠੀਕ ਹੈ, ਸੋ ਜੋ ਫਸਲਾਂ ਸਰਦੀ ਰੁੱਤ ਵਿੱਚ ਉਗਾਈ ਜਾਂਦੀਆਂ ਹਨ ਉਹਨਾਂ ਨੂੰ ਰੱਬੀ ਦੀਆਂ ਫਸਲਾਂ ਕਹਿੰਦੇ ਹਨ। ਸਰਦੀ ਰੁੱਤ ਕਦੋਂ ਸਟਾਰਟ ਹੋ ਜਾਂਦੀ ਹੈਗੀ ਆ? ਤਕਰੀਬਨ ਨਵੰਬਰ ਤੋਂ ਸਟਾਰਟ ਹੁੰਦੀ ਹੈ, ਅਸੀਂ ਲੇਕਿਨ ਅਕਤੂਬਰ ਤੋਂ ਲੈ ਲੈਂਦੇ ਹਾਂ। ਅਕਤੂਬਰ ਤੋਂ ਮਾਰਚ ਦੇ ਮਹੀਨਿਆਂ ਦੇ ਦੌਰਾਨ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਉਹ ਰੱਬੀ ਦੀਆਂ ਫਸਲਾਂ ਹੁੰਦੀਆਂ ਹਨ। ਇਸ ਗੱਲ ਦਾ ਆਪਾਂ ਚੇਤੇ ਰੱਖਣਾ ਹੈ। ਉਦਾਹਰਨ ਆਪਾਂ ਲੈ ਲਈਏ ਕਣਕ, ਛੋਲੇ, ਮਟਰ, ਸਰੋਂ, ਅਲਸੀ ਆਦਿ। ਠੀਕ ਹੈ, ਸੋ ਇਹ ਸਾਰੀਆਂ ਫਸਲਾਂ ਜਿਹੜੀਆਂ ਇਹਨਾਂ ਤੋਂ ਇਲਾਵਾ ਜਿਹੜਾ ਕਈ ਖੇਤਰਾਂ ਵਿੱਚ ਗਰਮੀ ਦੀ ਰੁੱਤ ਜਿਹੜੀ ਹੈਗੀ ਆ ਉਹਨਾਂ ਵਿੱਚ ਦਾਲਾਂ ਅਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ। ਅਤੇ ਕਈ ਜਗ੍ਹਾ ਜਿਹੜੀ ਗਰਮੀ ਜ਼ਿਆਦਾ ਹੁੰਦੀ ਹੈਗੀ ਆ, ਜਿਹੜੀ ਗਰਮੀ ਦੀ ਰੁੱਤ ਵਿੱਚ ਉੱਥੇ ਦਾਲਾਂ ਅਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ। ਸੋ ਅਸੀਂ ਦੇਖਿਆ ਕਿ ਵੱਖ-ਵੱਖ ਵਰਗਾਂ ਦੇ ਜਿਹੜੇ ਫਸਲਾਂ ਹੈਗੀਆਂ ਆ ਉਹਨਾਂ ਨੂੰ ਵੱਖ-ਵੱਖ ਮੌਸਮ ਦੀ ਲੋੜ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਕਿ ਵੱਖ-ਵੱਖ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦੀ ਲੋੜ ਹੁੰਦੀ ਹੈ। ਹੁਣ ਦੇਖੋ, ਜਦੋਂ ਐਡੇ ਵੱਡੇ ਖੇਤਰ ਦੇ ਵਿੱਚ ਅਸੀਂ ਪੌਦੇ ਉਗਾਉਣੇ ਹਨ ਤਾਂ ਉਹਦੀਆਂ ਲੋੜਾਂ ਤਾਂ ਹੋਣੀਆਂ ਹੀ ਹੈ ਕਿ ਨਹੀਂ। ਆਪਾਂ ਘਰ ਦੇ ਵਿੱਚ ਹੀ ਇੱਕ ਗਮਲਾ ਰੱਖ ਲਈਏ ਤਾਂ ਗਮਲੇ ਨੂੰ ਸਵੇਰੇ ਸ਼ਾਮ ਪਾਣੀ ਦੇਣਾ ਪੈਂਦਾ ਆ, ਉਸ ਨੂੰ ਗੁੱਡਣਾ ਵੀ ਪੈਂਦਾ ਆ ਹਫ਼ਤੇ ਦੇ ਵਿੱਚ 1-2 ਵਾਰ। ਠੀਕ ਹੈ ਨਾ, ਤਾਂ ਇਹ ਤਾਂ ਆਪਾਂ ਇੰਨੇ ਬੜੇ ਖੇਤਰ ਦੀ ਗੱਲ ਕਰਦੇ, ਖੇਤ ਦੇਖੇ ਨਾ ਤੁਸੀਂ ਕਿੰਨੇ ਵੱਡੇ ਵੱਡੇ ਖੇਤ ਹੁੰਦੇ ਹੈਗੇ ਆ, ਹੈ ਨਾ। ਤਾਂ ਇਹਨਾਂ ਖੇਤਾਂ ਨੂੰ ਜਦੋਂ ਆਪਾਂ ਇਹਨਾਂ ਖੇਤਾਂ ਵਿੱਚ ਜਦੋਂ ਪੌਦੇ ਬੀਜਣੇ ਹੈਗੇ ਆ, ਪੌਦੇ ਕਿਹੜਾ ਇੱਕੋ ਜਿਹਾ ਪੌਦਾ ਜਦੋਂ ਕਣਕ ਦੀ ਗੱਲ ਕਰ ਰਹੇ ਹਾਂ ਅਸੀਂ। ਠੀਕ ਹੈ, ਤਾਂ ਉਸ ਨੂੰ ਇਹ ਇੱਦਾਂ ਹੀ ਨਹੀਂ ਬੀਜ ਹੋ ਜਾਣੇ। ਇਹਦੇ ਲਈ ਸਾਨੂੰ ਇੱਕ ਪ੍ਰੋਸੈਸ ਫੋਲੋ ਕਰਨਾ ਪੈਣਾ ਹੈਗਾ ਆ। ਪ੍ਰੋਸੈਸ ਸਮਝਦੇ ਹੋ ਤੁਸੀਂ? ਇੱਕ ਤਰੀਕਾ ਫੋਲੋ ਕਰਨਾ ਪੈਣਾ ਹੈਗਾ, ਕੁਝ ਕਿਰਿਆਵਾਂ ਕਰਨੀਆਂ ਪੈਣੀਆਂ ਸਾਨੂੰ ਉਹਦੇ ਲਈ, ਜਿਹਨੂੰ ਆਪਾਂ ਕਹਿੰਦੇ ਖੇਤ ਪੱਧਤੀਆਂ। ਕਿਰਿਆਵਾਂ ਹੁੰਦੀਆਂ ਆ, ਉਹਨਾਂ ਨੂੰ ਆਪਾਂ ਕਹਿੰਦੇ ਖੇਤ ਪੱਧਤੀਆਂ। ਸੋ ਤੁਸੀਂ ਇਹ ਕਿਰਿਆਵਾਂ ਉਸ ਸਮੇਂ ਵੇਖ ਸਕਦੇ ਹੋ ਆਪਾਂ ਜਦੋਂ ਕਿ ਕੋਈ ਮਾਲੀ ਬਾਗ ਵਿੱਚ ਜਾਂ ਘਰ ਦੇ ਵਿੱਚ ਸਜਾਵਟੀ ਪੌਦੇ ਜਿਹੜੇ ਲਗਾ ਰਿਹਾ ਹੁੰਦਾ ਹੈਗਾ। ਇਹ ਆਪਾਂ ਹੁਣ ਗੱਲ ਕਰਕੇ ਹਟੇ ਹਾਂ ਕਿ ਜੇ ਘਰ ਦੇ ਵਿੱਚ ਵੀ ਅਸੀਂ ਰੱਖੇ ਹੈਗੇ ਆ, ਉਹ ਅਸੀਂ ਮਾਲੀ ਬਣਾ ਹੀ ਕਰ ਰਹੇ ਹਾਂ ਨਾ। ਠੀਕ ਹੈ, ਮਾਲੀ ਦਾ ਕੀ ਕੰਮ ਹੈਗਾ ਅਤੇ ਉਸਨੇ ਸਾਂਭ ਸੰਭਾਲ ਕਰਨੀ ਹੈ ਬੂਟੇ ਦੀ, ਉਹਨੂੰ ਲੋੜ ਅਨੁਸਾਰ ਹਰ ਇੱਕ ਸਮੇਂ ਅਨੁਸਾਰ ਜਿਹੜਾ ਆ ਉਸਨੇ ਉਸਨੂੰ ਉਹਦੀਆਂ ਲੋੜਾਂ ਪੂਰੀਆਂ ਕਰਨੀਆਂ ਪੌਦੇ ਦੀਆਂ। ਠੀਕ ਹੈ, ਤਾਂ ਇਸ ਪ੍ਰਕਾਰ ਜਦੋਂ ਆਪਾਂ ਮੁੱਖ ਪੱਧਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੀ ਲੋੜ ਹੁੰਦੀ ਹੈਗੀ ਹੈ ਕਿ ਮਿੱਟੀ ਨੂੰ ਤਿਆਰ ਕਰਨਾ, ਭੂਮੀ ਦੀ ਤਿਆਰੀ। ਜਦੋਂ ਐਡੇ ਵੱਡੇ ਖੇਤਰ ਦੇ ਵਿੱਚ ਅਸੀਂ ਫਸਲ ਬੀਜਣੀ ਹੈਗੀ, ਉਸ ਤੋਂ ਬਾਅਦ ਆਪਾਂ ਉਡੀਕਣਾ ਆ ਕਿ ਜਦੋਂ ਫਸਲ ਜਿਹੜੀ ਹੈਗੀ ਆ ਉਹ ਪੱਕ ਕੇ ਤਿਆਰ ਹੋ ਜਾਏਗੀ। ਹੁਣ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਮਿੱਟੀ ਦੀ ਤਿਆਰੀ ਕਰਨੀ ਪੈਣੀ ਆ। ਜੇ ਆਪਾਂ ਸਹੀ ਤਰੀਕੇ ਨਾਲ ਪ੍ਰੋਪਰ ਵੇ ਦੇ ਵਿੱਚ ਅਸੀਂ ਫੋਲੋ ਕਰਾਂਗੇ ਨਾ ਸਾਰੇ ਪ੍ਰੋਸੈਸ, ਤਾਂ ਹੀ ਸਾਡੀ ਫਸਲ ਵਧੀਆ ਹੋਏਗੀ। ਤਾਂ ਉਸ ਪ੍ਰੋਸੈਸ ਦੇ ਵਿੱਚ, ਉਸ ਕਿਰਿਆਵਤ ਦੇ ਵਿੱਚ ਸਭ ਤੋਂ ਪਹਿਲਾਂ ਮੁੱਖ ਕਾਰਜ ਹੈਗਾ ਆ, ਮੁੱਖ ਜੋ ਸਾਡੀ ਕਿਰਿਆ ਹੈਗੀ ਆ ਉਹ ਹੈਗੀ ਆ ਭੂਮੀ ਦੀ ਤਿਆਰੀ। ਪ੍ਰੈਪਰੇਸ਼ਨ ਆਫ ਸੋਇਲ ਜਾਂ ਫੀਲਡ ਆਪਾਂ ਕਹਿ ਲਈਏ, ਖੇਤ ਦੀ ਤਿਆਰੀ ਕਰਨੀ ਹੈਗੀ ਆ। ਰਾਈਟ, ਖੇਤ ਆਪਾਂ ਤਿਆਰ ਕਰਨੀ ਹੈ। ਉਸ ਤੋਂ ਬਾਅਦ ਕੀ ਕਰਨਾ, ਆਪਾਂ ਉਸ ਨੂੰ ਬੀਜਣਾ ਹੈਗਾ। ਬੀਜਣਾ ਮਤਲਬ ਬੀਜ ਬੀਜਣਾ ਉਹਦੇ ਅੰਦਰ। ਉਸ ਤੋਂ ਬਾਅਦ ਫਿਰ ਉਸ ਵਿੱਚ ਖਾਦ ਪਾਣੀ ਹੈਗੀ ਹੈ। ਖਾਦ ਪਾਉਂਦੇ ਨਾ ਉਸਦੇ ਅੰਦਰ। ਖਾਦ ਤੁਸੀਂ ਜਾਣਦੇ ਖਾਦ ਕੀ ਹੁੰਦੀ ਹੈ, ਖਾਦ ਦਾ ਕੰਮ ਕੀ ਹੁੰਦਾ ਹੈਗਾ ਆ, ਉਹਦੇ ਬਾਰੇ ਵੀ ਅਸੀਂ ਡਿਟੇਲ 'ਚ ਪੜ੍ਹਨਾ ਹੈਗਾ ਆ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਕੀ ਹੈਗਾ ਆ, ਸਭ ਤੋਂ ਪਹਿਲਾਂ ਸਾਡਾ ਕੰਮ ਹੈਗਾ ਆ ਖੇਤ ਦੀ ਤਿਆਰੀ, ਮਿੱਟੀ ਦੀ ਤਿਆਰੀ। ਸਭ ਤੋਂ ਮਹੱਤਵਪੂਰਨ ਹੈਗਾ ਆ ਕਿ ਮਿੱਟੀ ਨੂੰ ਪੁੱਟਣਾ, ਉਸ ਨੂੰ ਪੋਲਾ ਕਰਨਾ। ਸੋ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਕਿ ਪੌਦੇ ਦੀਆਂ ਜੜ੍ਹਾਂ ਜਿਹੜੀਆਂ ਆਸਾਨੀ ਨਾਲ ਮਿੱਟੀ ਦੇ ਅੰਦਰ ਡੂੰਘੀਆਂ ਚਲੇ ਜਾਂਦੀਆਂ ਹੈਗੀਆਂ। ਸੋ ਪੋਲੀ ਮਿੱਟੀ ਜਿਹੜੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਵੀ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਸੋ ਪੋਲੀ ਮਿੱਟੀ ਪੌਦਿਆਂ ਦੀਆਂ ਜੜ੍ਹਾਂ ਨੂੰ ਆਸਾਨੀ ਨਾਲ ਸਾਹ ਲੈਣ ਵਿੱਚ ਕਿਵੇਂ ਮਦਦ ਕਰ ਸਕਦੀ ਹੈ, ਇਹਦੇ ਬਾਰੇ ਵੀ ਅਸੀਂ ਜਾਣਾਂਗੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਹੈਗਾ ਆ ਕਿ ਮਿੱਟੀ ਨੂੰ ਪੋਲੀ ਕਰਨਾ ਹੈਗਾ ਆ। ਮਿੱਟੀ ਨੂੰ ਅਸੀਂ ਜਿਹੜਾ ਹੈਗਾ ਮੁਸਾਮਦਾਰ ਬਣਾਉਣਾ ਹੈਗਾ ਆ। ਠੀਕ ਹੈ, ਸੋ ਪੋਲੀ ਮਿੱਟੀ ਜਿਹੜੀ ਹੈਗੀ ਹੈ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ। ਅਤੇ ਇਹ ਜੀਵ ਜੰਤੂ ਕੀ ਕਰਦੇ ਹਨ,
ਇਹ ਜੀਵ ਜੰਤੂ ਜਿਹੜੇ ਗੰਡੋਏ ਹੁੰਦੇ ਆ ਨਾ, ਜਿਹੜੇ ਮਿੱਟੀ ਦੇ ਅੰਦਰ ਗੰਡੋਏ ਰਹਿੰਦੇ ਹੈਗੇ ਜਾਂ ਸੂਖਮ ਜੀਵ ਹੁੰਦੇ ਹੈਗੇ ਆ, ਉਹਦੇ ਅੰਦਰ ਘਰ ਬਣਾ ਲੈਂਦੇ ਆ, ਜੋ ਅੰਦਰ ਹੀ ਫਿਰ ਮਿੱਟੀ ਦੇ ਅੰਦਰ ਹੀ ਵਿਚਰਦੇ ਰਹਿੰਦੇ ਆ। ਜਦੋਂ ਵਿਚਰਦੇ ਆ ਤਾਂ ਕੀ ਕਰਦੇ ਆ, ਉਹ ਮਿੱਟੀ ਨੂੰ ਦੀ ਅਦਲਾ ਬਦਲੀ ਕਰਦੇ ਰਹਿੰਦੇ ਹੈਗੇ ਆ, ਮਿੱਟੀ ਨੂੰ ਪੋਲਾ ਵੀ ਕਰਦੇ ਰਹਿੰਦੇ ਆ। ਉਸ ਤੋਂ ਬਾਅਦ ਉਹਨੂੰ ਛਿੱਦਰਦਾਰ ਬਣਾ ਦਿੰਦੇ ਆ, ਮਤਲਬ ਕਿ ਵੀ ਉਸ ਨੂੰ ਜਿਹੜੇ ਮਸਾਮਦਾਰ ਬਣਾ ਦਿੰਦੇ ਹੈਗੇ ਆ। ਸੋ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਵਿੱਚ ਕਿਸਾਨ ਦੀ ਇਹ ਬਹੁਤ ਮਦਦ ਕਰਦੇ ਆ, ਠੀਕ ਹੈ। ਅਤੇ ਜਦੋਂ ਉਸ ਮਿੱਟੀ ਵਿੱਚ ਮੱਲਣ ਦੀ ਮਾਤਰਾ ਵੀ ਜਿਹੜੇ ਆ ਉਹ ਵੀ ਵਧਾਉਂਦੇ ਆ। ਕਿਵੇਂ ਮੱਲਣ ਦੀ ਮਾਤਰਾ ਵਧਾਉਂਦੇ ਆ? ਕਿਉਂਕਿ ਜਦੋਂ ਉਹਨਾਂ ਦਾ ਰਹਿਣ ਬਸੇਰਾ ਹੀ ਮਿੱਟੀ ਦੇ ਵਿੱਚ ਹੈਗਾ ਆ, ਉੱਥੋਂ ਹੀ ਖਾਂਦੇ ਆ, ਉੱਥੇ ਆ, ਸਮਝ ਗਏ? ਅਤੇ ਉਹ ਕੀ ਹੈਗਾ ਆ, ਉਹ ਫਿਰ ਉਹ ਮੱਲੜ ਦਾ ਕੰਮ ਕਰਦਾ ਆ, ਰਾਈਟ। ਸੋ ਇਸ ਤਰੀਕੇ ਨਾਲ ਹੁਣ ਅਸੀਂ ਜਿਹੜਾ ਹੈਗਾ ਆ, ਇਸ ਤੋਂ ਇਲਾਵਾ ਹੋਰ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਮਿੱਟੀ ਵਿੱਚ ਜਿਹੜੇ ਹੈਗੇ ਆ ਉਹ ਖਣਿਜ ਪਦਾਰਥ ਹੁੰਦੇ ਆ, ਪਾਣੀ ਹੁੰਦੀ ਆ, ਹਵਾ ਹੁੰਦੀ ਆ, ਅਤੇ ਕੁਝ ਜੀਵ ਜੰਤੂ ਮੌਜੂਦ ਹੁੰਦੇ ਹਨ, ਠੀਕ ਹੈ ਨਾ। ਦੇਖੋ ਆਪਾਂ ਇੱਕ ਜਿਹੜੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੀ ਗੱਲ ਕਰਦੇ ਹਾਂ, ਉਸ ਵਿੱਚ ਅਸੀਂ ਪੜ੍ਹਿਆ ਕਿ ਕਿਵੇਂ ਖਣਿਜ ਅਤੇ ਪਾਣੀ ਜੋ ਮਿੱਟੀ ਦੇ ਅੰਦਰ ਅਵੇਲੇਬਲ ਹੈਗਾ ਆ, ਹੈ ਨਾ, ਉਹ ਕਿਵੇਂ ਪ੍ਰਕਾਸ਼ ਸੰਸਲੇਸ਼ਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਆ। ਤਾਂ ਇਸ ਪ੍ਰਕਾਰ ਆਪਾਂ ਦੇਖਦੇ ਹਾਂ ਕਿ ਮਿੱਟੀ ਵਿੱਚ ਖਣਿਜ ਹੋਇਆ ਜਾਂ ਪਾਣੀ, ਹਵਾ, ਕੁਝ ਜੀਵ ਜੰਤੂ ਮੌਜੂਦ ਹੁੰਦੇ ਹਨ। ਸੋ ਇਹਨਾਂ ਤੋਂ ਇਲਾਵਾ ਜੀਵਾਣੂ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਦਾ ਅਪਘਟਨ ਕਰਕੇ ਮੱਲੜ ਵਿੱਚ ਵੀ ਬਦਲਦੇ ਹਨ, ਠੀਕ ਹੈ। ਸੋ ਇਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ। ਤਾਂ ਇਸ ਤਰ੍ਹਾਂ ਸਜੀਵਾਂ ਵਿਚਲੇ ਪੋਸ਼ਕ ਤੱਤ ਮਿੱਟੀ ਵਿੱਚ ਪਹੁੰਚ ਜਾਂਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਜੋ ਪੋਸ਼ਕ ਤੱਤ ਸਾਨੂੰ ਪੌਦੇ ਦੇ ਰਹੇ ਹਨ, ਉਹ ਬੇਸਿਕਲੀ ਪੋਸ਼ਕ ਤੱਤ ਸਜੀਵਾਂ ਦੇ ਹੀ ਸਨ, ਠੀਕ ਹੈ, ਜੋ ਮਿੱਟੀ ਵਿੱਚ ਜਿਹੜੇ ਹੈਗੇ ਆ ਉਹ ਰਲ ਗਏ। ਉਸ ਤੋਂ ਬਾਅਦ ਪੌਦਿਆਂ ਨੇ ਜਿਹੜਾ ਹੈਗਾ ਆ ਉਸ ਦੀ ਵਰਤੋਂ ਕਰਦੇ ਹੋਏ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਰਾਹੀਂ ਭੋਜਨ ਤਿਆਰ ਕੀਤਾ, ਜਿਸ ਰਾਹੀਂ ਕਿ ਉਹ ਪੌਸ਼ਟਿਕ ਤੱਤ ਸਾਡੇ ਕੋਲ ਫੇਰ ਆ ਗਏ। ਸੋ ਹੁਣ ਕਿਉਂਕਿ ਉੱਪਰਲੀ ਮਿੱਟੀ ਦੀ ਜਿਹੜੀ ਸਭ ਤੋਂ ਉੱਪਰਲੀ ਜਿਹੜੀ ਕੁਝ ਸੈਂਟੀਮੀਟਰ ਜਿਹੜੀ ਮੋਟੀ ਪਰਤ ਹੁੰਦੀ ਹੈ ਨਾ, ਉਹ ਪੌਦਿਆਂ ਦੇ ਵਾਧੇ ਲਈ ਸਹਾਇਕ ਹੁੰਦੀ ਹੈਗੀ ਹੈ, ਠੀਕ ਹੈ। ਜਿਹੜੀ ਮਿੱਟੀ ਦੇ ਜਦੋਂ ਆਪਾਂ ਕੋਈ ਬੂਟਾ ਲਗਾਉਂਦੇ ਹੈਗੇ ਆ, ਤਾਂ ਉਸ ਤੋਂ ਜਿਹੜੀ ਉੱਪਰਲੀ ਮੋਟੀ ਜਿਹੜੀ ਆਪਣੀ ਪਰਤ ਹੁੰਦੀ ਹੈਗੀ ਹੈ, ਉਹ ਪੌਦਿਆਂ ਦੇ ਵਾਧੇ ਲਈ ਬਹੁਤ ਸਹਾਇਕ ਹੈ। ਔਰ ਦੂਸਰੀ ਗੱਲ, ਮਿੱਟੀ ਨੂੰ ਉਲਟਾਉਣ ਪਲਟਾਉਣ ਨਾਲ ਹੇਠਲੀ ਜਿਹੜੀ ਪੋਸ਼ਕ ਤੱਤਾਂ ਨਾਲ ਜਿਹੜੀ ਭਰਪੂਰ ਮਿੱਟੀ ਹੁੰਦੀ ਹੈ ਉਹ ਵੀ ਉੱਪਰ ਆ ਜਾਂਦੀ ਹੈ, ਠੀਕ ਹੈ। ਇੱਕ ਗੱਲ ਧਿਆਨ ਸੁਣੋ ਮੇਰੀ ਫਿਰ ਗੱਲ, ਕਿ ਜਿਹੜੀ ਉੱਪਰਲੀ ਮਿੱਟੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਉਪਜਾਊ ਮਿੱਟੀ ਹੁੰਦੀ ਆ, ਠੀਕ ਹੈ। ਹੁਣੀ ਆਪਾਂ ਇਹ ਵੀ ਪੜ੍ਹਿਆ ਹੈ ਕਿ ਬਈ ਜਿਹੜੇ ਮਿੱਟੀ ਦੇ ਅੰਦਰ ਜਿਹੜਾ ਹੈਗਾ ਆ ਉਹ ਅਪਘਟਨ ਹੁੰਦਾ ਰਹਿੰਦਾ ਹੈਗਾ ਆ ਸਜੀਵਾਂ ਦਾ, ਠੀਕ ਹੈ। ਮੱਲੜ ਵੀ ਉਹਦੇ ਅੰਦਰ ਹੀ ਬਣਦਾ ਰਹਿੰਦਾ ਆ। ਤਾਂ ਜਦੋਂ ਅਦਲਾ ਬਦਲੀ ਹੁੰਦੀ ਹੈਗੀ ਆ ਤਾਂ ਕਿਆ ਹੁੰਦਾ ਆ ਕਿ ਮਿੱਟੀ ਜਿਹੜੀ ਹੈਗੀ ਆ ਉਹ ਉੱਪਰ ਆ ਜਾਂਦੀ ਆ, ਥਰੜੀ ਹੇਠਲੀ ਮਿੱਟੀ ਵੀ, ਠੀਕ ਹੈ। ਜਿਸ ਨਾਲ ਕੀ ਹੁੰਦਾ ਕੀ ਹੈਗਾ ਆ ਕਿ ਉਸਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਤਾਂ ਇਸ ਲਈ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਉਲਟਾਉਣਾ ਅਤੇ ਪਲਟਾਉਣਾ ਬਹੁਤ ਮਹੱਤਵਪੂਰਨ ਹੈ। ਹੁਣ ਤੁਸੀਂ ਜਾਣ ਕੇ ਹੋਵੋਗੇ ਕਿ ਮਿੱਟੀ ਨੂੰ ਉਲਟਾਉਣਾ ਅਤੇ ਪਲਟਾਉਣਾ ਕਿਉਂ ਮਹੱਤਵਪੂਰਨ ਹੈ ਨਾ। ਤਾਂ ਹੁਣ ਕਿਉਂਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਸਤੇ, ਔਰ ਆਪਾਂ ਇਹ ਸਮਝ ਚੁੱਕੇ ਹੈਗੇ ਹਾਂ ਪਹਿਲਾ ਜਿਹੜਾ ਪ੍ਰੋਸੈਸ ਦਾ ਜਿਹੜਾ ਪਹਿਲਾ ਆਪਣਾ ਪੜਾਅ ਸੀਗਾ ਉਹ ਇਹੀ ਆ ਕਿ ਮਿੱਟੀ ਨੂੰ ਉਲਟਾਉਣਾ ਪਲਟਾਉਣਾ। ਅਤੇ ਇਸ ਲਈ ਹੁਣ ਕਿਸ ਚੀਜ਼ ਦੀ ਲੋੜ ਪਏਗੀ ਸਾਨੂੰ? ਦੇਖੋ, ਮੈਂ ਜੇ ਇਕੱਲਾ 5-7 ਫੁੱਟ ਦਾ 5 ਫੁੱਟ ਬਾਈ 8 ਫੁੱਟ ਜਾਂ 10 ਫੁੱਟ ਦਾ ਉਹ ਏਰੀਆ ਹੋਵੇ, ਚਲੋ ਮੈਂ ਕੋ ਖੁਰਪੀ ਜੀ ਲੈ ਲਈ ਹੈਗੀ ਆ, ਉਹਦੇ ਨਾਲ ਜਿਹੜਾ ਹੈਗਾ ਆ ਉਸਨੂੰ ਗੁੱਡ ਦਊਂਗਾ ਅਤੇ ਮਿੱਟੀ ਉੱਪਰ ਥੱਲੇ ਹੋ ਜਾਏਗੀ। ਲੇਕਿਨ ਇੱਥੇ ਖੇਤ ਦੀ ਗੱਲ ਕਰ ਰਹੇ ਹਾਂ, ਬਹੁਤ ਬੜਾ ਖੇਤਰ ਆ। ਸੋ ਉਸ ਦੀ ਮਿੱਟੀ ਨੂੰ ਪੋਲਾ ਕਰਨ ਲਈ, ਉਲਟਾਉਣ ਪਲਟਾਉਣ ਦੇ ਲਈ ਸਾਨੂੰ ਕੋਈ ਵੱਡੇ ਯੰਤਰ ਦੀ ਲੋੜ ਪੈਣੀ ਹੈ ਬੇਟਾ, ਅਤੇ ਉਹ ਹੋਏਗਾ ਹਲ, ਠੀਕ ਹੈ। ਤਾਂ ਮਿੱਟੀ ਨੂੰ ਉਲਟਾਉਣਾ ਪਲਟਾਉਣਾ ਅਤੇ ਪੋਲੀ ਕਰਨ ਦੀ ਪ੍ਰਕਿਰਿਆ ਨੂੰ ਹਲ ਵਾਉਣਾ ਕਹਿੰਦੇ ਆ, ਅਤੇ ਅਜਿਹਾ ਕਰਨ ਲਈ ਹਲ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਹਲ ਲੋਹੇ ਜਾਂ ਲੱਕੜ ਦੇ ਬਣੇ ਹੁੰਦੇ ਹਨ। ਅੱਜ ਕੱਲ੍ਹ ਤਾਂ ਲੋਹੇ ਦੇ ਹੀ ਲੱਕੜ ਦੇ ਖੈਰ ਬਹੁਤ ਘੱਟ ਦੇਖਣ ਨੂੰ ਮਿਲਦੇ ਹੈਗੇ ਨਾ, ਠੀਕ ਹੈ। ਅਤੇ ਹਲ ਬਾਰੇ ਆਪਾਂ ਹੁਣ ਜਾਣੀ ਗਏ ਹੈਗੇ ਹਾਂ ਕਿ ਹਲ ਜਿਹੜੇ ਹੈਗੇ ਆ ਉਹ ਮੋਰੇ ਤਿੱਖੇ ਜਿਹੇ ਹੁੰਦੇ ਹੈਗੇ ਹੈ ਨਾ, ਅਤੇ ਕਈ ਤਾਂ ਜਿਹੜੇ ਟਰੈਕਟਰ ਪਿੱਛੇ ਹੁੰਦੇ ਉਹਦੇ 'ਚ ਕਈ ਜਿਹੜੇ ਹੈਗੇ ਇੱਦਾਂ ਦੇ ਨੁਕੀਲੇ ਜਿਹੜੇ ਆ ਉਹ ਸਿਰੇ 'ਚ ਨਿਕਲੇ ਹੁੰਦੇ ਹੈਗੇ ਆ। ਸੋ ਇਸ ਨੂੰ ਅਸੀਂ ਕਹਿੰਦੇ ਹਾਂ ਹਲ ਵਾਹੁਣਾ। ਹੁਣ ਇਹ ਹਲ ਜਿਹੜਾ ਹੈਗਾ ਆ ਇਹ ਕੰਮ ਕਿਵੇਂ ਕਰਦਾ ਆ? ਦੇਖੋ, ਇਹ ਜਿਹੜਾ ਨਾ ਹਲ ਦੀ ਜਿਹੜੀ ਵਰਤੋਂ ਹੈਗੀ ਹੈ ਇਹ ਬਹੁਤ ਪੁਰਾਣੇ ਸਮਿਆਂ ਤੋਂ ਆਪਾਂ ਕਰਦੇ ਆ ਰਹੇ ਹਾਂ, ਠੀਕ ਹੈ। ਅਤੇ ਖਾਦ ਪਾਉਣ ਲਈ, ਤੋਂ ਨਦੀਨ ਹਟਾਉਣ ਲਈ ਵੀ ਇਹਦੀ ਵਰਤੋਂ ਕੀਤੀ ਜਾਂਦੀ। ਨਦੀਨ ਕੀ ਹੁੰਦਾ? ਨਦੀਨ ਹੁੰਦੇ ਜਿਹੜੇ ਬੇਲੋੜੇ ਪੌਦੇ ਹੈਗੇ ਆ, ਜਿਹੜੇ ਸਾਡੀ ਫਸਲ ਦੇ ਨਾਲ ਉੱਗੇ ਹੈਗੇ, ਉਹਨਾਂ ਨੂੰ ਸਾਨੂੰ ਲੋੜ ਨਹੀਂ ਹੈਗੀ, ਕਿਉਂਕਿ ਉਹ ਕਰਦੇ ਕੀ ਹੈ ਕਿ ਉਹ ਖੁਰਾਕ ਜਿਹੜੀ ਹੈਗੀ ਨਾ, ਜੋ ਪੌਦੇ ਲਈ ਖੁਰਾਕ ਮਿੱਟੀ ਵਿੱਚ ਹੈਗੀ ਹੈ,
ਉਹਦੀ ਵਰਤੋਂ ਕਰਦੇ ਰਹਿੰਦੇ। ਉਹਦੇ ਨਾਲ ਕੀ ਜਿਹੜਾ ਸਾਡਾ ਪੌਦਾ ਹੈਗਾ ਆ, ਜੋ ਸਾਡੀ ਫਸਲ ਆ, ਉਸ ਦਾ ਹਿੱਸਾ ਜਿਹੜਾ ਹੈਗਾ ਆ ਪੋਸ਼ਕ ਤੱਤਾਂ ਦਾ, ਉਹ ਬੇਲੋੜੇ ਪੌਦੇ ਲੈ ਜਾਂਦੇ ਹੈਗੇ ਆ। ਤਾਂ ਇਹੋ ਜਿਹੇ ਬੇਲੋੜੇ ਪੌਦੇ ਦੀ ਸਾਨੂੰ ਲੋੜ ਨਹੀਂ ਹੈਗੀ ਆ, ਸਾਨੂੰ ਉਸ ਦੀ ਹਟਾਉਣ ਦੀ ਲੋੜ ਹੈਗੀ ਆ। ਇਸ ਕਰਕੇ ਅਸੀਂ ਕੀ ਕਰਦੇ ਹਾਂ, ਉਸ ਨੂੰ ਅਸੀਂ ਨਾਮ ਦਿੱਤਾ ਨਦੀਨ ਦਾ। ਇਹੋ ਜਿਹੇ ਬੇਲੋੜੇ ਪੌਦੇ ਜਿਹੜੇ ਫਸਲ ਦੇ ਨਾਲ ਉੱਗ ਜਾਂਦੇ ਆ, ਅਤੇ ਇਹਨੂੰ ਅਸੀਂ ਨਦੀਨ ਕਹਿੰਦੇ ਹਾਂ। ਇਹਨਾਂ ਨੂੰ ਹਟਾਉਣ ਦੇ ਲਈ ਵੀ ਹਲ ਦੀ ਲੋੜ ਹੁੰਦੀ ਹੈ। ਤਾਂ ਇਹ ਹਲ ਜਿਹੜਾ ਆ ਲੱਕੜੀ ਦਾ ਬਣਿਆ ਹੁੰਦਾ ਆ, ਅਤੇ ਪੁਰਾਣੇ ਜ਼ਮਾਨੇ ਵਿੱਚ ਬਲਦਾਂ ਜਾਂ ਹੋਰ ਪਸ਼ੂ, ਹੋ ਸਕਦਾ ਕਿ ਵੀ ਜਿਹੜੇ ਛੋਟੇ ਕਿਸਾਨ ਹੈਗੇ ਹਜੇ ਵੀ ਯੂਜ਼ ਕਰਦੇ ਹੋਣ ਬਲਦ ਅਤੇ ਲੱਕੜੀ ਦਾ ਬਣਿਆ ਆ ਜਿਹੜਾ ਹਲ ਹੈਗਾ। ਲੇਕਿਨ ਆਮ ਤੌਰ 'ਤੇ ਟਰੈਕਟਰ 'ਤੇ ਇੱਕ ਜਿਹੜਾ ਹੈਗਾ ਆ ਲੋਹੇ ਦਾ ਜਿਹੜਾ ਆ ਹਲ, ਉਹਦੇ 'ਚ ਕਿੰਨੇ ਸਾਰੇ ਇੱਦਾਂ ਤਿੱਖੇ ਜਿਹੜੇ ਕੰਡੇ ਟਾਈਪ ਲੋਹੇ ਦੇ ਜਿਹੜੇ ਆ ਉਹ ਹੁੰਦੇ ਬਣੇ ਹੋਏ। ਉਹਦੇ ਬਾਰੇ ਵੀ ਆਪਾਂ ਹੁਣ ਹੀ ਡਿਸਕਸ ਕਰਾਂਗੇ। ਤਾਂ ਇਸ ਦਾ ਜਿਹੜਾ ਇੱਕ ਸਿਰਾ 'ਤੇ ਉਹ ਆਪਾਂ ਜਿਹੜਾ ਸਿਰਾ ਤਿੱਖਾ ਹੈ ਅਤੇ ਮਜ਼ਬੂਤ ਹੁੰਦਾ, ਅਸੀਂ ਇਸਨੂੰ ਫਾਲਾ ਆਖਦੇ ਹਨ, ਪਲੋਸ਼ੇਅਰ ਕੀ ਆਖਦੇ ਹਨ, ਫਾਲਾ। ਸੋ ਇਸ ਦਾ ਮੁੱਖ ਹਿੱਸਾ ਜਿਹੜਾ ਹੈਗਾ ਆ ਉਹ ਲੰਬੀ ਲੱਕੜ ਦਾ ਬਣਿਆ ਹੁੰਦਾ ਆ, ਜਾਂ ਆਪਾਂ ਲੋਹੇ ਦੀ ਗੱਲ ਕਰਦੇ ਹਾਂ। ਪੁਰਾਣੇ ਜ਼ਮਾਨੇ 'ਚ ਪਹਿਲਾਂ ਲੱਕੜ ਦਾ ਹੁੰਦਾ ਸੀਗਾ, ਹੁਣ ਤਾਂ ਲੋਹੇ ਦਾ ਹੀ ਖੈਰ ਬਣਿਆ ਹੁੰਦਾ ਹੈਗਾ ਆ। ਸੋ ਇਸ ਦਾ ਮੁੱਖ ਹਿੱਸਾ ਜਿਹੜਾ ਆ ਉਹ ਲੰਬੀ ਲੱਕੜ ਦਾ ਬਣਿਆ ਹੁੰਦਾ ਹੈ, ਜਿਸ ਨੂੰ ਪੰਜਾਲੀ ਆਖਦੇ ਹਨ। ਕੀ ਆਖਦੇ ਹਨ ਅਸੀਂ ਉਸਨੂੰ? ਪੰਜਾਲੀ। ਸੋ ਇਸ ਦੇ ਇੱਕ ਸਿਰੇ ਦੇ ਅੰਤ 'ਤੇ ਹੱਥੀ ਹੁੰਦੀ ਹੈ ਅਤੇ ਦੂਜਾ ਸਿਰਾ ਬੀਮ ਨਾਲ ਜੁੜਿਆ ਹੁੰਦਾ ਹੈ। ਠੀਕ ਹੈ, ਉਸ ਤੋਂ ਅਸੀਂ ਗੱਲ ਕਰਦੇ ਹੈਗੇ ਹਾਂ ਅਤੇ ਕਰੰਡੀ ਦੀ। ਕਰੰਡੀ ਕੀ ਹੁੰਦਾ ਹੈ ਬੇਟਾ? ਕਰੰਡੀ, ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਹੋ। ਇਹ ਇੱਕ ਅਜਿਹਾ ਔਜ਼ਾਰ ਹੈ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ। ਠੀਕ ਹੈ ਨਾ। ਇੱਕ ਲੰਬੀ ਲੱਕੜ ਦੀ ਜਾਂ ਲੋਹੇ ਦੀ ਇੱਕ ਛੜ ਹੁੰਦੀ ਹੈਗੀ ਆ। ਇਸ ਛੜ ਦੀ ਇੱਕ ਸਿਰੇ 'ਤੇ ਮਜ਼ਬੂਤ, ਚੌੜੀ ਅਤੇ ਮੁੜੀ ਹੋਈ ਲੋਹੇ ਦੀ ਪਲੇਟ ਫਿੱਟ ਕੀਤੀ ਹੁੰਦੀ ਹੈਗੀ ਹੈ, ਅਤੇ ਇਹ ਬਲੇਡ ਦੀ ਤਰ੍ਹਾਂ ਕੰਮ ਕਰਦੀ ਹੈ। ਜਿੱਦਾਂ ਮੈਂ ਤੁਹਾਨੂੰ ਕਹਿੰਦਾ ਖੁਰਪੀ ਦੀ ਗੱਲ ਕਰਦੇ ਆਪਾਂ, ਉਸ ਟਾਈਪ ਦੀ ਹੁੰਦੀ ਹੈ। ਸੋ ਇਹ ਵੀ ਪਸ਼ੂਆਂ ਦੁਆਰਾ ਖਿੱਚੀ ਜਾਂਦੀ ਹੈਗੀ ਹੈ। ਇਹ ਥੋੜ੍ਹਾ ਵੱਡੇ ਸਕੇਲ 'ਤੇ ਹੈਗਾ ਆ। ਉਸ ਤੋਂ ਬਾਅਦ ਅਸੀਂ ਜਦੋਂ ਹੁਣ ਆਪਾਂ ਹਲ ਤਾਂ ਪਾ ਲਿਆ, ਮਿੱਟੀ ਪੋਲੀ ਕਰ ਲਈ, ਉਸ ਤੋਂ ਬਾਅਦ ਆਉਂਦਾ ਹੈਗਾ ਆ ਕਿ ਇਸ ਨੂੰ ਜੋ ਮਿੱਟੀ ਆਪਾਂ ਪੋਲੀ ਕੀਤੀ ਹੈ, ਇਸ ਨੂੰ ਅਸੀਂ ਇੱਕ ਲੈਵਲ ਕਰਨਾ ਹੈ ਨਾ, ਇਹ ਵੀ ਹੋ ਸਕਦਾ ਹੈ। ਤਾਂ ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਕਰਾਹੇ ਦੀ, ਇੱਕ ਕਲਟੀਵੇਟਰ ਜਿਹਨੂੰ ਅਸੀਂ ਕਹਿੰਦੇ ਹਾਂ। ਤੋ ਅੱਜ ਕੱਲ੍ਹ ਟਰੈਕਟਰ ਨਾਲ ਚੱਲਣ ਵਾਲੇ ਕਲਟੀਵੇਟਰ ਦੀ ਸਹਾਇਤਾ ਨਾਲ ਹਲ ਵਾਇਆ ਜਾਂਦਾ ਹੈ। ਸੋ ਇਸ ਦੀ ਵਰਤੋਂ ਕਰਨ ਨਾਲ ਖਰਚ ਅਤੇ ਸਮੇਂ ਦੇ ਵਿੱਚ ਬਚਤ ਹੁੰਦੀ ਹੈ। ਅਤੇ ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈਗੀ ਬਿਜਾਈ। ਬਿਜਾਈ ਕੀ ਹੈ? ਜਦੋਂ ਮਿੱਟੀ ਨੂੰ ਅਸੀਂ ਪੋਲਾ ਕਰ ਲਿਆ, ਠੀਕ ਹੈ, ਮਿੱਟੀ ਦੀ ਤਰ੍ਹਾਂ ਬਦਲੀ ਹੋ ਗਈ, ਪੋਲਾ ਹੋ ਗਈ, ਹੁਣ ਸਾਡਾ ਕੰਮ ਸ਼ੁਰੂ ਹੁੰਦਾ ਹੈਗਾ ਬਿਜਾਈ ਤੋਂ। ਬਿਜਾਈ ਦੇ ਵਿੱਚ ਕੀ ਹੈ ਕਿ ਅਸੀਂ ਬੀਜ ਬੀਜਣੇ ਹੈਗੇ ਆ। ਠੀਕ ਹੈ, ਸਭ ਤੋਂ ਪਹਿਲਾਂ ਬੀਜਣ ਤੋਂ ਪਹਿਲਾਂ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਅਸੀਂ ਵਧੀਆ ਤੋਂ ਵਧੀਆ ਕਿਸਮ ਦੀ ਬੀਜ ਦੀ ਚੋਣ ਕਰੀਏ। ਉੱਤਮ ਕਿਸਮ ਦੇ ਅਤੇ ਸਾਫ਼ ਅਤੇ ਸਿਹਤਮੰਦ ਬੀਜ ਹੀ ਜਿਹੜੇ ਹੈਗੇ ਆ ਉਹ ਵਧੀਆ ਹੁੰਦੇ ਹਨ। ਸੋ ਕਿਸਾਨ ਉਹਨਾਂ ਬੀਜਾਂ ਨੂੰ ਪਹਿਲ ਦਿੰਦੇ ਹਨ ਜੋ ਵਧੀਆ ਝਾੜ ਦੇਣ। ਵਧੀਆ ਝਾੜ ਮਤਲਬ ਜਿਸ ਤੋਂ ਕਿ ਵਧੀਆ ਫਸਲ ਮਿਲ ਸਕੇ, ਵਧੀਆ ਉਤਪਾਦਨ ਮਿਲ ਸਕੇ ਸਾਨੂੰ। ਠੀਕ ਹੈ ਨਾ ਜੀ। ਤਾਂ ਇਸ ਪ੍ਰਕਾਰ ਅਸੀਂ ਕਹਿੰਦੇ ਹਾਂ ਕਿ ਵੀ ਉਸ ਨੂੰ ਫਿਰ ਬੀਜ ਨੂੰ ਅਸੀਂ ਬੀਜਦੇ ਹੈਗੇ ਹਾਂ। ਅਤੇ ਬੀਜ ਬੀਜਣ ਤੋਂ ਪਹਿਲਾਂ ਅਸੀਂ ਇਹ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿ ਬੀਜ ਖਰਾਬ ਨਾ ਹੋਣ। ਜਿਹੜੇ ਬੀਜ ਖਰਾਬ ਹੁੰਦੇ ਹੈਗੇ ਨਾ, ਉਹ ਜਿਹੜੇ ਖਰਾਬ ਬੀਜ ਇਹ ਜਿਹੜੇ ਸਹੀ ਬੀਜਾਂ ਨਾਲੋਂ ਥੋੜ੍ਹੇ ਜਿਹੇ ਹਲਕੇ ਹੋ ਜਾਂਦੇ ਹੈਗੇ ਆ। ਠੀਕ ਹੈ, ਖਰਾਬ ਬੀਜ ਜਿਹੜੇ ਅੰਦਰ ਖੋਖਲੇ ਹੋਣ ਕਰਕੇ ਹਲਕੇ ਹੋ ਜਾਂਦੇ, ਅਤੇ ਜਦੋਂ ਅਸੀਂ ਇਹਨਾਂ ਨੂੰ ਪਾਣੀ ਵਿੱਚ ਪਾਉਂਦੇ ਹਾਂ ਨਾ, ਪਾਣੀ ਵਿੱਚ ਪਾਉਣ ਦੇ ਨਾਲ ਹਲਕੇ ਹੋਣ ਨਾਲ ਇਹ ਉੱਪਰ ਨੂੰ ਆ ਜਾਂਦੇ ਹੈਗੇ ਆ, ਤੈਰਨ ਲੱਗ ਪੈਂਦੇ ਪਾਣੀ ਦੇ ਉੱਪਰ। ਸੋ ਵਧੀਆ ਅਤੇ ਸਿਹਤਮੰਦ ਬੀਜਾਂ ਨੂੰ ਖਰਾਬ ਬੀਜਾਂ ਨਾਲੋਂ ਵੱਖ ਕਰਨਾ ਬਹੁਤ ਜ਼ਰੂਰੀ ਹੈ। ਇੱਕ ਵਧੀਆ ਤਰੀਕਾ ਹੈਗਾ ਇਹ। ਪਾਣੀ ਦੇ ਵਿੱਚ ਪਾ ਦਿਓ, ਉਸ ਤੋਂ ਬਾਅਦ ਜਿਹੜੇ ਤਾਂ ਬੀਜ ਸਹੀ ਹੋਣਗੇ ਉਹ ਪਾਣੀ ਦੇ ਵਿੱਚ ਰਹਿ ਜਾਣਗੇ। ਹਲਕੇ ਬੀਜ ਜਿਹੜੇ ਹੋਣਗੇ ਬੜਾ ਕੁਛ ਖਰਾਬ ਹੋਣਗੇ, ਉਹ ਪਾਣੀ ਦੇ ਉੱਪਰ ਤੈਰਨ ਲੱਗ ਪੈਣਗੇ। ਤਾਂ ਇਸ ਦਾ ਮਤਲਬ ਇਹ ਹੈ ਕਿ ਵੀ ਅਸੀਂ ਉਸਨੂੰ ਅੱਡ ਕਰ ਸਕਦੇ ਹਾਂ ਕਿਹਨਾਂ ਤੋਂ? ਜਿਹੜੇ ਤੰਦਰੁਸਤ ਬੀਜ ਹੈਗੇ ਉਹਨਾਂ ਤੋਂ ਖਰਾਬ ਬੀਜਾਂ ਨੂੰ। ਠੀਕ ਹੈ, ਫਿਰ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਵੀ ਮਿੱਟੀ ਪੋਲੀ ਕਰ ਲਈ, ਪੋਲੀ ਕਰਨ ਤੋਂ ਬਾਅਦ ਬੀਜ ਵੀ ਬੀਜ ਦਿੱਤੇ। ਹੁਣ ਅਸੀਂ ਗੱਲ ਕਰਦੇ ਹਾਂ ਟ੍ਰੈਡੀਸ਼ਨਲ ਟੂਲਸ ਦੀ, ਜੋ ਪਰੰਪਰਾਗਤ ਔਜ਼ਾਰਾਂ ਦੀ ਲੋੜ ਪੈਂਦੀ ਹੈਗੀ ਖੇਤੀਬਾੜੀ ਕਰਨ ਵਾਸਤੇ। ਠੀਕ ਹੈ, ਸੋ ਅਤੇ ਜਦੋਂ ਹੁਣ ਆਪਾਂ ਬੀਜ ਨੂੰ ਬੀਜਣਾ ਹੈਗਾ ਆ, ਅਤੇ ਬੀਜ ਬੀਜਣ ਵਾਸਤੇ ਵੀ ਕਈ ਤਰੀਕੇ ਹੈਗੇ ਆ। ਅਤੇ ਉਹਨਾਂ ਤੋਂ ਇੱਕ ਤਰੀਕਾ ਹੈਗਾ ਆ ਔਜ਼ਾਰ ਕੀਪ ਦੀ ਹੋਰ ਹੁੰਦੀ ਹੈਗੀ ਹੈ। ਇੱਕ ਤਾਂ ਹੁੰਦੇ ਕੀਪ ਟਾਈਪ,
ਹੀਪ ਟਾਈਪ ਹੁੰਦੀ ਹੈ ਨਾ। ਤੇ ਇੱਕ ਹੁੰਦਾ ਆ ਕਿ ਬੀਜਾਂ ਨੂੰ ਡਰਿਲ ਰਾਹੀਂ ਬੀਜ ਦੇਣਾ, ਡਰਿਲ ਬੋਰ ਕਰਕੇ। ਤਾਂ ਇਹਦੇ ਵਿੱਚ ਕੀ ਹੁੰਦੇ ਆ, 3 ਨੁਕੀਲੇ ਸਿਰਿਆਂ ਵਾਲੇ ਪਾਈਪਾਂ ਵਿੱਚੋਂ ਲੰਘਦੇ ਹਨ। ਤਾਂ ਇਹ ਸਿਰੇ ਮਿੱਟੀ ਨੂੰ ਪੁੱਟ ਕੇ ਉਸ ਵਿੱਚ ਬੀਜ ਨੂੰ ਸਥਾਪਿਤ ਕਰ ਦਿੰਦੇ ਹਨ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਖਾਦ ਪਾਉਣ ਦੀ। ਹੁਣ ਜਦੋਂ ਅਸੀਂ ਮਿੱਟੀ ਪੋਲੀ ਕਰ ਲਈ, ਬੀਜ ਦਿੱਤੇ, ਠੀਕ ਹੈ, ਉਸ ਤੋਂ ਬਾਅਦ ਗੱਲ ਆਉਂਦੀ ਹੈਗੀ ਆ ਕਿ ਅਸੀਂ ਸ਼ੁਰੂਆਤੀ ਦੋਨੋਂ ਕਿਰਿਆਵਾਂ ਕਰ ਲਈਆਂ ਆ, ਕੰਮ ਹੁਣ ਸਾਡਾ ਸ਼ੁਰੂ ਹੁੰਦਾ ਹੈਗਾ ਆ। ਯਾਨੀ ਕਿ ਬੀਜਤਾ, ਛੁੱਟੀ ਆਪਣੇ ਪੌਦੇ ਉਗਾਉਣੇ, ਇੱਦਾਂ ਵੀ ਨਹੀਂ ਹੈਗਾ ਆ, ਠੀਕ ਹੈ। ਉਹਨਾਂ ਨੂੰ ਸਮੇਂ ਸਿਰ ਦੇਖੋ, ਜਿਵੇਂ ਸਾਨੂੰ ਹੁਣ ਸਮੇਂ ਸਿਰ ਭੋਜਨ ਦੀ ਲੋੜ ਹੁੰਦੀ ਹੈ ਨਾ, ਕਿ ਵੀ ਹੁਣੀ ਆਪਾਂ ਗੱਲ ਕਰਕੇ ਹਟੇ ਸੀਗੇ ਕਿ 4 ਪੀਰੀਅਡ ਲਗਾ ਲਏ, ਉਸ ਤੋਂ ਬਾਅਦ ਫਿਰ ਭੁੱਖ ਲੱਗ ਗਈ, ਫਿਰ ਸਾਨੂੰ ਭੋਜਨ ਦੀ ਲੋੜ ਪਈ ਨਾ। ਅਤੇ ਇਹਦਾ ਸੇਮ ਵੇ ਜਿਹੜੀ ਖਾਦਾਂ ਦੀ ਲੋੜ ਹੁੰਦੀ ਹੈਗੀ ਆ ਪੌਦਿਆਂ ਨੂੰ ਵੀ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਨੇ ਖਾਦਾਂ ਇਹ। ਤਾਂ ਪੌਦਿਆਂ ਦੇ ਸਿਹਤਮੰਦ ਵਾਧੇ ਲਈ ਮਿੱਟੀ ਵਿੱਚ ਜੋ ਪਦਾਰਥ ਪੋਸ਼ਕ ਤੱਤਾਂ ਦੇ ਰੂਪ ਵਿੱਚ ਮਿਲਾਏ ਜਾਂਦੇ ਹਨ ਉਹਨਾਂ ਨੂੰ ਅਸੀਂ ਖਾਦ ਕਿਹਾ ਜਾਂਦਾ ਹੈ, ਠੀਕ ਹੈ। ਪੌਦਿਆਂ ਦੇ ਸਿਹਤਮੰਦ ਵਾਧੇ ਲਈ ਤੇ ਜੋ ਅਸੀਂ ਮਿੱਟੀ ਵਿੱਚ ਜੋ ਪਦਾਰਥ ਅਸੀਂ ਮਿਕਸ ਕਰਦੇ ਹੈਗੇ ਹਾਂ, ਜਾਂ ਪੋਸ਼ਕ ਤੱਤ ਅਸੀਂ ਉਹਦੇ ਵਿੱਚ ਰਲਾਉਂਦੇ ਹੈਗੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਖਾਦ। ਸੋ ਇਹ ਖਾਦ ਜਿਹੜੀ ਹੈਗੀ ਆ, ਇਹ ਵੀ ਆਪਾਂ ਡਿਸਕਸ ਕਰਾਂਗੇ ਕਿ 2 ਤਰ੍ਹਾਂ ਦੀ ਖਾਦ ਹੁੰਦੀ ਹੈਗੀ ਆ, ਠੀਕ ਹੈ। ਇੱਕ ਰਸਾਇਣਿਕ ਹੁੰਦੀ ਹੈਗੀ ਆ, ਠੀਕ ਹੈ, ਇੱਕ ਜੈਵਿਕ ਹੁੰਦੀ ਹੈਗੀ ਆ। ਸਾਨੂੰ ਪਤਾ ਹੈ ਕਿ ਜਿਹੜੀ ਮਿੱਟੀ ਫਸਲਾਂ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈਗੀ ਆ। ਸੋ ਪੌਦਿਆਂ ਦੇ ਵਾਧੇ ਲਈ ਇਹ ਪੋਸ਼ਕ ਤੱਤ ਬਹੁਤ ਹੀ ਜ਼ਰੂਰੀ ਹਨ। ਕਈ ਖੇਤਰਾਂ ਵਿੱਚ ਕਿਸਾਨ ਇੱਕ ਫਸਲ ਤੋਂ ਬਾਅਦ ਦੂਜੀ ਫਸਲ ਲਗਾਤਾਰ ਬੀਜਦੇ ਰਹਿੰਦੇ ਹਨ, ਅਤੇ ਉਸ ਨਾਲ ਕੀ ਹੁੰਦਾ ਆ ਕਿ ਜਿਹੜੇ ਮਿੱਟੀ ਦੇ ਜਿਹੜੇ ਪੋਸ਼ਕ ਤੱਤ ਹੈਗੇ ਆ ਉਹ ਖਤਮ ਹੋ ਜਾਂਦੇ ਹੈਗੇ ਆ। ਸੋ ਖੇਤ ਨੂੰ ਬਿਨਾਂ ਬੀਜੇ ਨਹੀਂ ਰਹਿਣ ਦਿੰਦੇ। ਤਾਂ ਉਸ ਕੇਸ ਦੇ ਵਿੱਚ ਕੀ ਕਰਦੇ ਹੈਗੇ ਅਸੀਂ, ਜਦੋਂ ਲਗਾਤਾਰਤਾ ਦੇ ਵਿੱਚ ਅਸੀਂ ਉਹਦੇ ਅੰਦਰ ਉੱਥੋਂ ਫਸਲ ਲਈ ਜਾਂਦੇ ਪਏ ਹਾਂ ਉਸ ਜ਼ਮੀਨ ਤੋਂ, ਤਾਂ ਸਾਨੂੰ ਉੱਪਰੋਂ ਦੀ ਉਹਦੇ ਅੰਦਰ ਪੋਸ਼ਕ ਤੱਤ ਜਿਹੜੇ ਹੈਗੇ ਆ ਉਹ ਰਲਾਉਣੇ ਪੈਂਦੇ ਆ। ਉਹ ਹੁੰਦੇ ਆ ਮੈਨਿਓਰਸ ਦੇ ਰੂਪ ਦੇ ਵਿੱਚ, ਠੀਕ ਹੈ, ਖਾਦ ਦੇ ਰੂਪ ਦੇ ਵਿੱਚ, ਠੀਕ ਹੈ। ਤਾਂ ਹੁਣ ਅਸੀਂ ਗੱਲ ਕਰਦੇ ਕਿ ਹੁਣ ਖਾਦਾਂ ਦੇ 2 ਪ੍ਰਕਾਰ ਨੇ। ਜਿਹੜੀ ਖਾਦਾਂ ਹੈਗੀਆਂ ਆ ਉਹਨੂੰ ਅਸੀਂ ਇੱਕ ਤਾਂ ਰੂੜੀ ਖਾਦ ਕਹਿੰਦੇ ਹਾਂ, ਜਿਹਨੂੰ ਮੈਨਿਓਰਸ ਕਹਿੰਦੇ ਹੈਗੇ ਆ। ਇੱਕ ਦੂਸਰੀ ਹੁੰਦੀ ਹੈ ਫਰਟੀਲਾਈਜ਼ਰਸ, ਜਿਹਨੂੰ ਅਸੀਂ ਰਸਾਇਣਿਕ ਖਾਦ ਕਹਿੰਦੇ ਹੈਗੇ, ਬਨੌਟੀ। ਤਾਂ ਜਿਹੜੀ ਰੂੜੀ ਖਾਦ ਹੈਗੀ ਹੈ, ਰੂੜੀ ਖਾਦ ਤਾਂ ਸਾਨੂੰ ਜਿਹੜੀ ਹੈਗੀ ਆ ਉਹ ਪ੍ਰਾਪਤ ਹੋ ਜਾਂਦੀ ਹੈਗੀ ਹੈ ਜਾਨਵਰਾਂ ਤੋਂ, ਠੀਕ ਹੈ, ਜਾਨਵਰਾਂ ਤੋਂ ਜਾਂ ਪੱਤਿਆਂ ਤੋਂ। ਜਾਨਵਰਾਂ ਤੋਂ ਕਿੱਥੋਂ ਪ੍ਰਾਪਤ ਹੁੰਦੀ ਹੈ ਵੀ ਆਪਾਂ ਡਿਸਕਸ ਕਰਨੀ ਹੈਗੀ ਹੈ, ਮੱਲੜ ਤੋਂ, ਉਹਨਾਂ ਦੇ ਤੋਂ। ਅਤੇ ਉਸ ਤੋਂ ਬਾਅਦ ਜਿਹੜੇ ਸੁੱਕੇ ਪੱਤੇ ਵਗੈਰਾ ਹੈਗੇ ਆ, ਇਹਨਾਂ ਤੋਂ ਵੀ ਖਾਦਾਂ ਅਸੀਂ ਤਿਆਰ ਕਰਦੇ ਹੈਗੇ ਹਾਂ। ਕੁਝ ਜਿਹੜੇ ਹੈਗੇ ਫਰਟੀਲਾਈਜ਼ਰਸ, ਕੁਝ ਜਿਹੜੇ ਮਤਲਬ ਫਰਟੀਲਾਈਜ਼ਰਸ ਹੁੰਦੇ ਹੈਗੇ ਜਿਹੜੇ ਕਿ ਆਰਟੀਫਿਸ਼ੀਅਲ, ਬਣਾਵਟੀ ਤੌਰ 'ਤੇ, ਮਤਲਬ ਕੈਮੀਕਲਸ ਰਾਹੀਂ ਅਸੀਂ ਉਸਨੂੰ ਤਿਆਰ ਕਰਦੇ ਹਾਂ। ਸੋ ਪਹਿਲਾਂ ਅਸੀਂ ਰੂੜੀ ਖਾਦ ਦੀ ਗੱਲ ਕਰ ਲਈਏ। ਜਿਹੜੀ ਬਣਾਵਟੀ ਖਾਦ ਹੈਗੀ ਆ, ਰੂੜੀ ਖਾਦ ਹੈਗੀ ਆ, ਇਹ ਇੱਕ ਕਾਰਬਨਿਕ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਪ੍ਰਾਪਤ ਹੁੰਦਾ ਹੈ, ਠੀਕ ਹੈ। ਹੁਣ ਮੈਂ ਗੱਲ ਕਰਕੇ ਹਟੇ ਨਾ ਉਹਦੀ, ਤੁਸੀਂ ਸਮਝ ਗਏ ਹੈਗੇ ਆ। ਸੋ ਕਿਸਾਨ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਨੂੰ ਕਿਸੇ ਖੁੱਲ੍ਹੀ ਥਾਂ 'ਤੇ ਟੋਏ ਵਿੱਚ ਸੁੱਟ ਦਿੰਦੇ ਹਨ। ਸੂਖਮ ਜੀਵਾਂ ਦੁਆਰਾ ਅਪਘਟਨ ਕਿਰਿਆ ਹੁੰਦੀ ਹੈ ਅਤੇ ਸਿੱਟੇ ਵਜੋਂ ਜੋ ਪਦਾਰਥ ਪ੍ਰਾਪਤ ਹੁੰਦਾ ਹੈ ਉਸ ਨੂੰ ਰੂੜੀ ਖਾਦ ਜਾਂ ਦੇਸੀ ਖਾਦ ਵਜੋਂ ਕਿਹਾ ਜਾਂਦਾ ਹੈ, ਅਤੇ ਉਹਨੂੰ ਦੇਸੀ ਖਾਦ ਵਜੋਂ ਵਰਤ ਲਿਆ ਜਾਂਦਾ ਹੈਗਾ। ਰੂੜੀ ਖਾਦ ਤੋਂ ਮਤਲਬ ਤੁਸੀਂ ਦੇਖਦੇ ਹੋ ਕਿ ਜਿਹੜਾ ਪਸ਼ੂਆਂ ਦਾ ਗੋਹਾ ਹੈ ਨਾ, ਉਹ ਦੇਖਦੇ ਸੀ ਸੜਕਾਂ ਦੇ ਕਿਨਾਰੇ ਪਿਆ ਰਹਿੰਦਾ ਆ, ਉਹ ਪਿਆ ਰਹਿੰਦਾ ਕਾਫੀ ਸਮੇਂ ਤੱਕ, ਮਹੀਨੇ ਪਿਆ ਰਹਿੰਦਾ ਆ, ਗਲਦਾ ਰਹਿੰਦਾ ਆ, ਠੀਕ ਹੈ। ਅਤੇ ਗਲਣ ਦੇ ਨਾਲ ਕੀ ਉਹ 'ਚ ਕਿਰਿਆਵਾਂ ਵੀ ਹੁੰਦੀਆਂ ਰਹਿੰਦੀਆਂ, ਸੂਖਮ ਜੀਵ ਦਾ ਜਿਹੜੇ ਹੈਗੇ ਓਪਨ ਬਣ ਲੱਗ ਪੈਂਦੇ, ਉਸ ਤੋਂ ਬਾਅਦ ਉਸਦਾ ਉਹ ਅਪਘਟਨ ਕਰ ਦਿੰਦੇ ਹੈਗੇ, ਠੀਕ ਹੈ। ਅਪਘਟਨ ਕਰਨ ਤੋਂ ਬਾਅਦ ਜਿਹੜਾ ਹੈਗਾ ਆ ਉਹ ਜਦੋਂ ਖਾਦ ਜਿਹੜੀ ਹੈ ਉਹ ਮਤਲਬ ਜਦੋਂ ਜਿਹੜਾ ਉਹਨਾਂ ਦਾ ਫੋਕਟ ਪਦਾਰਥ ਹੈਗਾ ਆ ਉਹ ਹੌਲੀ ਹੌਲੀ ਬਿਲਕੁਲ ਪਾਊਡਰ ਫਾਰਮ ਦੇ ਵਿੱਚ ਆ ਜਾਂਦਾ ਹੈਗਾ ਆ। ਫਿਰ ਅਸੀਂ ਕਹਿੰਦੇ ਵੀ ਹਾਂ ਇਹ ਰੂੜੀ ਖਾਦ ਜਿਹੜੀ ਹੈ ਤਿਆਰ ਹੋ ਗਈ ਹੈ। ਉਹ ਸਮੈਲੈਸ ਹੁੰਦੀ ਹੈ, ਉਹ 'ਚ ਬਦਬੂ ਵੀ ਨਹੀਂ ਹੁੰਦੀ ਹੈਗੀ ਹੈ, ਪਾਊਡਰ ਸ਼ੇਪ ਵਿੱਚ ਹੋ ਜਾਂਦੀ ਹੈ। ਸੋ ਹੁਣ ਅਸੀਂ ਗੱਲ ਕਰਦੇ ਹਾਂ ਵਰਮੀ ਕੰਪੋਸਟਿੰਗ ਦੀ, ਠੀਕ ਹੈ। ਇੱਕ ਤਾਂ ਆਹ ਖਾਦ ਹੋ ਗਈ, ਇੱਕ ਹੋ ਗਈ ਵਰਮੀ ਕੰਪੋਸਟਿੰਗ ਬਾਰੇ ਵੀ ਅਸੀਂ ਪੜ੍ਹਿਆ ਹੈਗਾ ਆ ਕਿ ਸਾਡੇ ਜੋ ਕਿਚਨ ਦਾ ਜਿਹੜਾ ਰਹਿੰਦ ਖੂੰਹਦ ਹੈਗੀ ਆ, ਉਸ ਤੋਂ ਬਾਅਦ ਜਿਹੜੀ ਜੈਵਿਕ ਘਟਨਸ਼ੀਲ ਪਦਾਰਥ ਹੈਗੇ ਆ, ਹੈ ਨਾ, ਉਸ ਤੋਂ ਬਾਅਦ ਜਿੱਦਾਂ ਕਾਗਜ਼ ਵਗੈਰਾ ਵੀ ਹੋ ਗਏ ਹੈਗੇ ਆ, ਜਾਂ ਪੈਨਸਲ ਦੇ ਆਪਾਂ ਕੱਢਦੇ ਹਾਂ ਛਿਲਕੇ ਵਗੈਰਾ ਜਿਹੜੀ ਹੈਗੀ ਆ, ਉਹ ਸਾਰੇ ਆਪਾਂ
ਜਿਹੜੇ ਆ ਇੱਕ ਉਸ ਤੋਂ ਅਸੀਂ ਇੱਕ ਵਰਮੀ ਕੰਪੋਸਟਿੰਗ ਦੁਆਰਾ ਤਿਆਰ ਕਰ ਸਕਦੇ ਹਾਂ। ਵਰਮੀ ਕੰਪੋਸਟਿੰਗ ਦੇ ਵਿੱਚ ਯੂਜ਼ ਕਿਹਦੀ ਕਰਦੇ ਹਾਂ? ਗੰਡੋਇਆਂ ਦੀ, ਲਾਲ ਗੰਡੋਏ ਦੀ ਯੂਜ਼ ਕਰਦੇ ਹਾਂ ਨਾ। ਤਾਂ ਲਾਲ ਗੰਡੋਏ ਵਾਲੀ ਖਾਦ ਜਿਹੜੀ ਹੈ ਉਹਨੂੰ ਵਰਮੀ ਕੰਪੋਸਟ ਕਹਿੰਦੇ ਹੈਗੇ ਹਾਂ ਅਸੀਂ। ਅਤੇ ਇੱਕ ਉਹ ਵੀ ਜਿਹੜੀ ਹੈ ਖਾਦ ਯੂਜ਼ ਹੁੰਦੀ ਹੈਗੀ ਹੈ। ਬਾਕੀ ਅਸੀਂ ਕੁਝ ਕਿਰਿਆਵਾਂ ਵੀ ਬੇਟਾ ਕਰਾਂਗੇ, ਉਹ ਅਸੀਂ ਕਰਾਂਗੇ ਜਦੋਂ ਆਪਣੇ ਸਕੂਲ ਲੱਗਣੇ ਹਨ। ਇਸ ਵੇਲੇ ਦੇਖੋ ਜੇ ਆਪਣੇ ਰੈਗੂਲਰ ਕਲਾਸਿਸ ਲੱਗ ਰਹੀਆਂ ਹੁੰਦੀਆਂ ਤਾਂ ਆਪਾਂ ਨਾਲ ਦੇ ਨਾਲ ਕਿਰਿਆਵਾਂ ਕਰਦੇ ਜਾਣਾ ਸੀਗਾ। ਔਰ ਅਸੀਂ ਲਾਸਟ ਈਅਰ ਇੱਕ ਵੀਡੀਓ ਬਣਾਈ ਵੀ ਸੀਗੀ ਜਦੋਂ ਅਸੀਂ ਇੱਕ ਆਪਾਂ ਖਾਦ ਤਿਆਰ ਕੀਤੀ ਸੀਗੀ, ਹੈ ਨਾ, ਕੰਪੋਸਟ ਤਿਆਰ ਕੀਤੀ ਸੀਗੀ ਨਾ। ਕਿੰਨੀ ਕੰਪੋਸਟ ਨਿਕਲੀ ਸੀਗੀ ਉਹ 'ਚ? ਸ਼ਿਵਾਨੀ ਨੇ ਉਹਦੇ ਉੱਪਰ ਪੂਰਾ ਲੈਕਚਰ ਕੀਤਾ ਸੀਗਾ। ਅਤੇ ਜਦੋਂ ਆਪਣੀ ਕਲਾਸ ਲੱਗਣੀ ਹੈ ਦੁਬਾਰਾ ਆਪਾਂ ਉਹ ਵੀਡੀਓ ਇੱਕ ਵਾਰੀ ਫੇਰ ਦੁਬਾਰਾ ਦੇਖਾਂਗੇ, ਰਾਈਟ। ਉਸ ਤੋਂ ਬਾਅਦ ਇਹੀ ਪ੍ਰੋਸੈਸ ਜਿਹੜਾ ਹੈਗਾ ਆ ਅਸੀਂ ਇਸ ਸੀਜ਼ਨ ਵੀ, ਇਸ ਸਾਲ ਵੀ ਆਪਾਂ ਕਰਨਾ ਹੈਗਾ ਆ ਕੰਪੋਸਟ ਤਿਆਰ ਕਰਨ ਦਾ। ਰਸਾਇਣਿਕ ਖਾਦਾਂ ਜਿਹੜੀਆਂ ਆ ਉਹਦੀ ਗੱਲ ਕਰ ਲਈਏ ਹੁਣ ਕਿ ਜਿਹੜੀ ਰਸਾਇਣਿਕ ਖਾਦਾਂ ਆ ਇਹ ਕੀ ਹੁੰਦੀਆਂ ਹੈਗੀਆਂ? ਬੇਟੇ ਰਸਾਇਣਿਕ ਖਾਦਾਂ ਹੁੰਦੀਆਂ ਜਿਹੜੀਆਂ ਕਿ ਅਸੀਂ ਨਾ ਪਲਾਨ ਕਰਕੇ ਖਾਦ ਤਿਆਰ ਕੀਤੀ ਹੁੰਦੀ ਹੈ ਕੋਈ ਕਿਸੇ ਖਾਸ ਪੋਸ਼ਕ ਤੱਤ ਦੀ ਪੂਰਤੀ ਵਾਸਤੇ। ਜੋ ਕੋਈ ਖਾਸ ਪੋਸ਼ਕ ਤੱਤ ਹੈ ਉਸ ਦੀ ਪੂਰਤੀ ਵਾਸਤੇ ਅਸੀਂ ਆਪਣੇ ਲੈਵਲ 'ਤੇ ਤਿਆਰ ਕਰਦੇ ਹਾਂ, ਆਪ ਤਿਆਰ ਕਰਦੇ ਹਾਂ, ਠੀਕ ਹੈ। ਤੁਸੀਂ ਬਨਾਵਟੀ ਖਾਦ ਵੀ ਆਪਾਂ ਕਹਿ ਸਕਦੇ ਹਾਂ, ਇਸਨੂੰ ਕੈਮੀਕਲਸ ਦੁਆਰਾ ਤਿਆਰ ਕੀਤੀ ਖਾਦ ਵੀ ਕਹਿੰਦੇ ਹਾਂ, ਰਸਾਇਣਿਕ ਖਾਦ ਵੀ ਕਹਿੰਦੇ ਹੈਗੇ, ਰਸਾਇਣਿਕ ਖਾਦ। ਸੋ ਇਹ ਦੇਸੀ ਖਾਦ ਨਾਲੋਂ ਭਿੰਨ ਹੈ। ਰਸਾਇਣਿਕ ਖਾਦਾਂ ਜਿਹੜੀਆਂ ਫੈਕਟਰੀਆਂ ਵਿੱਚ ਤਿਆਰ ਹੁੰਦੀਆਂ ਆ, ਅਤੇ ਜਿਹੜੀ ਆਪਾਂ ਦੇਸੀ ਖਾਦ ਦੀ ਗੱਲ ਕੀਤੀ ਹੈ ਉਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਠੀਕ ਹੈ ਨਾ। ਮੈਂ ਤੁਹਾਨੂੰ ਪੜ੍ਹਾ ਚੁੱਕਾ ਹਾਂ ਕਿ ਕੀ ਹੁੰਦੀ ਹੈਗੀ ਆ ਉਹ। ਤਾਂ ਰਸਾਇਣਿਕ ਖਾਦਾਂ ਦੀਆਂ ਕੁਝ ਜਿਹੜੀਆਂ ਉਦਾਹਰਨਾਂ ਹਨ ਉਹ ਹੈਗੀਆਂ ਯੂਰੀਆ, ਅਮੋਨੀਅਮ ਸਲਫੇਟ, ਠੀਕ ਹੈ। ਉਸ ਤੋਂ ਬਾਅਦ ਸੁਪਰ ਫਾਸਫੇਟ, ਪੋਟਾਸ਼, NPK, ਠੀਕ ਹੈ, ਨਾਈਟ੍ਰੋਜਨ, ਫਾਸਫੋਰਸ ਐਂਡ ਪੋਟਾਸ਼ੀਅਮ। ਅਤੇ ਫਿਰ ਖਾਦਾਂ ਦੀ ਵਰਤੋਂ ਦੇ ਨਾਲ ਕੀ ਹੁੰਦਾ ਆ, ਉਹ ਜਿਵੇਂ ਕਿ ਕਣਕ ਹੋ ਗਈ, ਧਾਨ ਹੋ ਗਈ, ਅਤੇ ਉਸ ਤੋਂ ਬਾਅਦ ਮੱਕੀ ਹੋ ਗਈ। ਇਹਨਾਂ ਤੋਂ ਨਾ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰਦੇ ਹੈਗੇ, ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ, ਇਹਦੇ ਨਾਲ ਬੇਸ਼ੱਕ ਸਾਨੂੰ ਝਾੜ ਜਿਹੜਾ ਆ ਉਹ ਵੱਧ ਮਿਲਦਾ ਹੈਗਾ, ਪਰ ਐਟ ਦ ਸੇਮ ਟਾਈਮ ਰਸਾਇਣਿਕ ਖਾਦਾਂ ਦੀ ਲੋੜ ਤੋਂ ਅਸੀਂ ਜੋ ਵੱਧ ਵਰਤੋਂ ਕਰ ਲੈਂਦੇ ਬੇਟਾ ਤਾਂ ਮਿੱਟੀ ਦੀ ਜਿਹੜੀ ਆਪਣੀ ਕੁਦਰਤੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਘੱਟ ਜਾਂਦੀ ਹੈਗੀ ਹੈ। ਇਸ ਗੱਲ ਦਾ ਵੀ ਆਪਾਂ ਧਿਆਨ ਰੱਖਣਾ ਕਿ ਰਸਾਇਣਿਕ ਜਿਹੜੀ ਆਪਾਂ ਦੇਸੀ ਖਾਦ ਯੂਜ਼ ਕਰਦੇ ਹਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ, ਜਿੰਨੀ ਮਰਜ਼ੀ ਯੂਜ਼ ਕਰ ਲਈਏ, ਠੀਕ ਹੈ। ਲੇਕਿਨ ਜੇ ਅਸੀਂ ਰਸਾਇਣਿਕ ਖਾਦ ਹੀ ਯੂਜ਼ ਕਰੀ ਜਾਂਦੇ ਪਏ ਹੈਗੇ ਆ ਤਾਂ ਉਹਦੇ ਨਾਲ ਮਿੱਟੀ ਦੀ ਜਿਹੜੀ ਆਪਣੀ ਕੁਦਰਤੀ ਉਪਜਾਊ ਸ਼ਕਤੀ ਹੈਗੀ ਆ ਉਹ ਘੱਟ ਜਾਂਦੀ ਹੈਗੀ ਆ, ਠੀਕ ਹੈ। ਜਿਵੇਂ ਬੇਟਾ ਮੇਰੀ ਗੱਲ ਸੁਣੋ, ਅਸੀਂ ਤੁਹਾਨੂੰ ਕਹਿੰਦੇ ਹਾਂ ਟਿਊਸ਼ਨ ਨਹੀਂ ਪੜ੍ਹਨੀ ਹੈਗੀ ਹੈ, ਰੀਜ਼ਨ ਪਤਾ ਕੀ ਹੈ? ਸੇਮ ਉਹੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਤੁਹਾਨੂੰ ਤਾਂ ਇੱਥੇ ਪੜ੍ਹਾਤਾ ਵਧੀਆ ਤਰੀਕੇ ਨਾਲ, ਜਦੋਂ ਤੁਸੀਂ ਘਰ ਜਾ ਕੇ ਆਪ ਮਿਹਨਤ ਕਰਨੀ ਹੈ, ਆਪਣਾ ਦਿਮਾਗ ਆਪ ਲਗਾਉਣਾ ਹੈਗਾ ਆ, ਖੂਬ ਲਗਾਉਣਾ ਦਿਮਾਗ, ਠੀਕ ਹੈ। ਉਹਦੇ ਨਾਲ ਤੁਹਾਡੀ ਕ੍ਰੀਏਟੀਵਿਟੀ ਵੱਧਦੀ ਹੈਗੀ ਹੈ, ਰਾਈਟ। ਇਨ ਦਾ ਸੇਮ ਵੇ ਜੇ ਤੁਹਾਨੂੰ ਕੋਈ ਕਿਸੇ ਤੁਸੀਂ ਟਿਊਸ਼ਨ ਪੜ੍ਹਦੇ ਹੈਗੇ ਆ ਤਾਂ ਕੀ ਹੈਗਾ ਆ ਕਿ ਉਹਨਾਂ ਨੇ ਤੁਹਾਨੂੰ ਇੱਕੋ ਹੀ ਲੈਸਨ ਬਾਰ-ਬਾਰ ਤੁਹਾਨੂੰ ਯਾਦ ਕਰਨ ਨੂੰ ਕਹਿ ਦੇਣਾ ਹੈਗਾ ਆ, ਤੁਸੀਂ ਉਸਨੂੰ ਕ੍ਰੈਮ ਕਰੀ ਜਾਓਗੇ, ਤੁਹਾਡੀ ਆਪਣੀ ਜਿਹੜੀ ਹੈ ਲਰਨਿੰਗ ਕੈਪੈਸਿਟੀ ਜਿਹੜੀ ਹੈ, ਕੈਪੇਬਿਲਿਟੀ ਜਿਹੜੀ ਹੈ ਉਹ ਘੱਟ ਜਾਣੀ ਹੈਗੀ ਹੈ। ਤਾਂ ਸੇਮ ਜਿਹੜੀ ਇਹ ਗੱਲ ਅਸੀਂ ਲੈਂਦੇ ਹੈਗੇ ਆ ਮਿੱਟੀ ਵਾਸਤੇ ਕਿ ਜਦੋਂ ਮਿੱਟੀ ਨੂੰ ਬਾਹਰੋਂ ਵਾਰ-ਵਾਰ ਅਸੀਂ ਰਸਾਇਣਿਕ ਖਾਦ ਦੇ ਨਾਲ ਉਸਨੂੰ ਉਪਜਾਊ ਬਣਾਉਣ ਦੀ ਕੋਸ਼ਿਸ਼ ਕਰੀ ਜਾਵਾਂਗੇ ਤਾਂ ਉਸਨੇ ਆਪਣੀ ਸ਼ਕਤੀ ਖੋ ਦੇਣੀ ਹੈਗੀ ਆ, ਠੀਕ ਹੈ। ਅਤੇ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਆ ਕਿ ਜਿਹੜੀਆਂ ਹੈਗੀਆਂ ਰਸਾਇਣਿਕ ਖਾਦਾਂ ਬੇਸ਼ੱਕ ਕਿਸੇ ਇੱਕ ਤੱਤ ਦੀ ਮੌਜੂਦਗੀ ਨੂੰ ਵਧਾ ਦਿੰਦੀ ਹੈ, ਪੋਸ਼ਕ ਤੱਤ ਨੂੰ, ਲੇਕਿਨ ਇਨ ਦਾ ਲੌਂਗ ਰਨ ਜਦੋਂ ਲੰਬੇ ਸਿਰੇ ਤੱਕ ਉਸੇ ਹੀ ਰਸਾਇਣਿਕ ਪਦਾਰਥਾਂ ਦਾ ਯੂਜ਼ ਕਰੀ ਜਾਵਾਂਗੇ ਤਾਂ ਫਿਰ ਕੀ ਹੋਏਗਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਏਗੀ, ਖਤਮ ਹੋ ਜਾਏਗੀ, ਠੀਕ ਹੈ ਨਾ, ਉੱਤੇ ਉੱਪਰ ਡਿਪੈਂਡ ਹੋ ਜਾਏਗੀ ਟੋਟਲੀ। ਸੋ ਰੂੜੀ ਖਾਦ ਦੀ ਵਰਤੋਂ ਭੂਮੀ ਦੇ ਗਠਨ ਵਿੱਚ ਇਹ ਸੁਧਾਰ ਲਿਆਂਦੀ ਹੈ ਅਤੇ ਇਸ ਦੀ ਇਹ ਜੇ ਪਾਣੀ ਨੂੰ ਸੋਕ ਕੇ ਰੱਖਣ ਦੀ ਸਮਰੱਥਾ ਵਿੱਚ ਵੀ ਵਾਧਾ ਕਰਦੀ ਹੈ। ਦੇਖੋ ਜਿਹੜੀ ਰੂੜੀ ਖਾਦ ਹੈਗੀ ਹੈ। ਉਸ ਤੋਂ ਬਾਅਦ ਜਿਹੜਾ ਫਸਲ ਚੱਕਰ ਦੀ ਆਪਾਂ ਗੱਲ ਕਰਾਂਗੇ। ਦੇਖੋ ਜਦੋਂ ਆਪਾਂ ਇੱਕੋ ਹੀ ਤਰ੍ਹਾਂ ਦੀ ਫਸਲ ਜਿਹੜੀ ਹੈਗੀ ਨਾ ਉਹ ਬੀਜਦੇ ਰਹਿੰਦੇ ਹੈਗੇ ਆ ਤਾਂ ਕੀ ਹੈਗਾ ਕਿ ਉਹ ਫਸਲ ਨੂੰ ਜਿਸ ਨਿਊਟ੍ਰੀਸ਼ੀਅਸ ਦੀ ਜਿਸ ਪੋਸ਼ਕ ਤੱਤ ਦੀ ਲੋੜ ਹੈਗੀ ਹੈ ਮਿੱਟੀ ਵਿੱਚ ਉਸਨੂੰ ਸਾਰਾ ਪੋਸ਼ਕ ਤੱਤ ਜਿਹੜਾ ਹੈ ਯੂਜ਼ ਕਰੀ ਜਾਣਾ ਹੈਗਾ, ਠੀਕ ਹੈ। ਇੱਕ ਟਾਈਮ ਆਉਣਾ ਕਿ ਉਹ ਪੋਸ਼ਕ ਤੱਤ ਜਿਹੜਾ ਹੈਗਾ ਆ ਉਹ ਧਰਤੀ ਦੇ ਵਿੱਚੋਂ ਉਸ ਮਿੱਟੀ ਵਿੱਚੋਂ ਖਤਮ ਹੋ ਜਾਣਾ ਹੈ। ਇਸ ਕਰਕੇ ਫਸਲਾਂ ਦੀ ਅਦਲਾ ਬਦਲੀ ਕਰਨਾ ਬਹੁਤ ਜ਼ਰੂਰੀ ਹੈਗੀ ਹੈ।
ਠੀਕ ਹੈ ਜੀ। ਇੱਕ ਯਾਨੀ ਕਿ ਫਸਲ ਇੱਕ ਜਿਹੜਾ ਹੈਗਾ ਆ ਇਸ ਨੂੰ ਅਸੀਂ ਜ਼ਰੂਰੀ ਨਹੀਂ ਕਿ ਇੱਕੋ ਹੀ ਫਸਲ ਨੂੰ ਬੀਜਣਾ ਹੈਗਾ ਆ, ਫਸਲ ਨੂੰ ਅਸੀਂ ਬਦਲ ਕੇ ਬੀਜਣਾ ਚਾਹੀਦਾ ਆ। ਸੋ ਅਜਿਹਾ ਕਰਨ ਨਾਲ ਕੀ ਹੈਗਾ ਆ, ਫਸਲ ਜਿਹੜਾ ਹੈਗਾ ਆ ਮਿੱਟੀ ਦੀ ਵੀ ਜਿਹੜੀ ਮਿੱਟੀ ਜਿਹੜੀ ਹੈਗੀ ਹੈ ਉਹਨੂੰ ਆਪਣੀ ਤਰ੍ਹਾਂ ਦੇ ਜਿਹੜੇ ਉਹਦੇ ਪੋਸ਼ਕ ਤੱਤ ਹੈਗੇ ਆ ਇੱਕ ਫਸਲ ਦੇ ਵਿੱਚ ਵਰਤੋਂ ਵਿੱਚ ਆਉਣ ਵਾਲੇ ਉਹ ਰਹਿ ਜਾਂਦੇ ਹੈਗੇ ਆ। ਦੂਜੀ ਫਸਲ ਨੂੰ ਹੋਰ ਪੋਸ਼ਕ ਤੱਤ ਦੀ ਲੋੜ ਹੈਗੀ ਆ, ਉਹ ਉਸ ਨੂੰ ਪ੍ਰੋਵਾਈਡ ਕਰਾ ਦਿੰਦੀ ਹੈਗੀ ਆ। ਠੀਕ ਹੈ ਜੀ। ਸੋ ਇਹਦੇ ਨਾਲ ਕੀ, ਔਰ ਦੂਸਰੀ ਗੱਲ ਇਹ ਕਿ ਉਸ ਨੂੰ ਟਾਈਮ ਮਿਲ ਜਾਂਦਾ ਹੈਗਾ ਆ ਉਹਨਾਂ ਪੋਸ਼ਕ ਤੱਤਾਂ ਨੂੰ ਰੀਜਨਰੇਟ ਕਰਨ ਦਾ, ਜਿਹੜੀ ਕਿ ਪਹਿਲੀ ਫੇਜ਼ ਦੇ ਵਿੱਚ ਫਸਲ ਜਿਹੜੀ ਆ ਉਹ ਬੀਜੀ ਹੁੰਦੀ ਹੈਗੀ ਆ। ਠੀਕ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਹੈਗਾ ਆ, ਦੇਖੋ 6ਵੀਂ ਜਮਾਤ ਵਿੱਚ ਵੀ ਸਾਨੂੰ ਸੀਗਾ ਕਿ ਰਾਈਬੋਜ਼ੀਅਮ ਜੀਵਾਣੂ ਹੁੰਦੇ ਹਨ ਨਾ, ਰਾਈਬੋਜ਼ੀਅਮ ਜੀਵਾਣੂ ਇਹ ਹੁੰਦੇ ਕੀ ਹੈ, ਇਹ ਫਲੀਦਾਰ ਬੂਟਿਆਂ ਦੇ ਗੰਡਾਂ ਵਿੱਚ ਹੁੰਦੇ ਹੈਗੇ ਆ। ਇਹ ਕਰਦੇ ਕੀ ਹੈ, ਇਹ ਵਾਯੂਮੰਡਲ ਵਿਚਲੇ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਦੀ ਪੂਰਤੀ ਕਰਦੇ ਆ। ਰਾਈਟ। ਤੋ ਬੇਟਾ ਇਸ ਪ੍ਰਕਾਰ ਅਸੀਂ ਜਿਹੜਾ ਹੈਗਾ ਆ ਰਸਾਇਣਿਕ ਖਾਦ ਤੇ ਰੂੜੀ ਖਾਦ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਲਈ ਆ। ਤਾਂ ਸਾਨੂੰ ਜਿਹੜੀ ਹੈ ਰੂੜੀ ਖਾਦ ਬਾਰੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਰੂੜੀ ਖਾਦ ਜਿਹੜੀ ਹੈਗੀ ਆ ਉਹ ਜ਼ਿਆਦਾ ਲਾਹੇਮੰਦ ਆ ਰਸਾਇਣਿਕ ਖਾਦ ਨਾਲ। ਠੀਕ ਹੈ ਨਾ, ਹਰ ਪੱਖੋਂ। ਹੁਣ ਦੇਖੋ ਆਪਾਂ ਥੋੜ੍ਹਾ ਜਿਹਾ ਇਹਨੂੰ ਦੱਸ ਦਿੰਦੇ ਕਿ ਸਾਨੂੰ ਬੈਨੀਫੀਸ਼ੀਅਲ ਕਿਵੇਂ ਹੈਗਾ ਇਹ। ਤੇ ਉਹ ਜਿਹੜੀ ਦੇਸੀ ਖਾਦ ਹੈਗੀ ਹੈ ਇਹ ਭੂਮੀ ਦੇ ਪਾਣੀ ਨੂੰ ਸੋਖ ਕੇ ਰੱਖਦੀ ਹੈਗੀ ਆ। ਸੋਖ ਕੇ ਰੱਖਣ ਦੀ ਸਮਰੱਥਾ ਜਿਹੜੀ ਹੈ ਮਿੱਟੀ ਦੀ ਵੱਧ ਜਾਂਦੀ ਹੈ ਪਾਣੀ ਨੂੰ। ਠੀਕ ਹੈ। ਔਰ ਦੂਸਰੀ ਗੱਲ, ਭੂਮੀ ਨੂੰ ਮੌਸਮਦਾਰ ਬਣਾਉਣ ਵਿੱਚ ਵੀ ਮਦਦ ਕਰਦੀ, ਜਿਸ ਨਾਲ ਗੈਸਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈਗਾ ਆ। ਸੋ ਇਸ ਨਾਲ ਮਿੱਟੀ ਵਿੱਚ ਜਿਹੜੇ ਮਿੱਤਰ ਕੀੜੇ ਜੋ ਸੂਖਮ ਜੀਵ ਹੈਗੇ ਉਹਨਾਂ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਹੈ। ਸੋ ਭੂਮੀ ਦੀ ਬਣਤਰ ਵਿੱਚ ਵੀ ਸੁਧਾਰ ਕਰਦਾ ਹੈਗਾ ਆ। ਤੇ ਬੇਟਾ ਅੱਜ ਅਸੀਂ ਜਿਹੜਾ ਹੈਗਾ ਆ ਅੱਜ ਦੇ ਇਸ ਸੈਸ਼ਨ ਦੇ ਵਿੱਚ, ਦੇਖੋ ਪੂਰਾ ਸਾਡਾ 40 ਮਿੰਟ ਦਾ ਪੀਰੀਅਡ ਹੋ ਗਿਆ ਆ। ਅੱਜ ਦੇ ਇਸ ਸੈਸ਼ਨ ਦੇ ਵਿੱਚ ਅਸੀਂ ਕੀ ਪੜ੍ਹਿਆ ਹੈਗਾ ਆ ਕਿ ਸਾਨੂੰ ਇੰਨੀ ਵੱਡੀ ਤਾਦਾਦ ਦੇ ਵਿੱਚ ਭੋਜਨ ਦੀ ਲੋੜ ਕਿਉਂ ਹੁੰਦੀ ਆ ਤੇ ਆਪਾਂ ਇੰਨਾ ਭੋਜਨ ਕਿੱਦਾਂ ਪ੍ਰਾਪਤ ਕਰਦੇ, ਕਿਵੇਂ ਪ੍ਰਾਪਤ ਕਰਦੇ ਹੈਗੇ ਆ। ਉਸ ਤੋਂ ਬਾਅਦ ਖੇਤੀ ਪੱਧਤੀਆਂ ਕਿਹੜੀਆਂ ਹੈਗੀਆਂ ਆ, ਅਸੀਂ ਉਹਦੇ ਬਾਰੇ ਕੀਤਾ ਹੈਗਾ ਆ ਕਿ ਪਹਿਲਾਂ ਤਾਂ ਜਿਹੜਾ ਹੈਗਾ ਆ ਮਿੱਟੀ ਨੂੰ ਪੋਲਾ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਥੋੜ੍ਹਾ ਪਤਲਾ ਕੀਤਾ ਗਿਆ ਸੀਗਾ, ਫਿਰ ਉਸ ਤੋਂ ਬਾਅਦ ਉਸਨੂੰ ਅਸੀਂ ਬੀਜਿਆ ਗਿਆ, ਫਿਰ ਸਿੰਚਾਈ ਵੀ ਕੀਤੀ ਗਈ, ਫਿਰ ਉਹ 'ਚ ਖਾਦ ਵੀ ਪਾਈ ਗਈ। ਠੀਕ ਹੈ ਜੀ। ਤਾਂ ਇਸ ਪ੍ਰਕਾਰ ਜਿਹੜਾ ਹੈਗਾ ਆ ਅਸੀਂ ਹਜੇ ਤੱਕ ਇੱਥੇ ਪਹੁੰਚੇ ਹਾਂ। ਬਾਕੀ ਜਿਹੜੀ ਸਿੰਚਾਈ ਦਾ ਜਿਹੜਾ ਕੰਮ ਹੈਗਾ ਆ ਉਹ ਅਸੀਂ ਨੈਕਸਟ ਆਪਣੇ ਸੈਸ਼ਨ ਦੇ ਵਿੱਚ ਕਰਾਂਗੇ। ਤਾਂ ਅੱਜ ਤੱਕ ਦੇ ਲਈ ਇੰਨਾ ਹੀ ਬਹੁਤ ਆ। ਓਕੇ, ਹੈਪੀ ਲਰਨਿੰਗ, ਆਲ ਦ ਵੈਰੀ ਬੈਸਟ। ਨੈਕਸਟ ਸੈਸ਼ਨ ਫਿਰ ਮਿਲਾਂਗੇ। ਬੀ ਐਨਰਜਾਈਜ਼ਡ। ਥੈਂਕ ਯੂ।